ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬਿਗ ਪੋਲੀਟੀਕਲ ਸ਼ੋ। ਦ ਬਿਗ ਪੋਲੀਟੀਕਲ ਸ਼ੋ ਇਸ ਦੇ ਵਿੱਚ ਹਰ ਉਹ ਗੱਲ ਹੈ ਜਿਹੜੀ ਕਿ ਇਲੈਕਸ਼ਨਸ ਨਾਲ ਤਾਲੁਕ ਰੱਖਦੀ ਹੈ। ਭਾਸ਼ਣ ਵਿੱਚੋਂ ਕਿਹੜੀ ਗੱਲ ਜਿਹੜੀ ਹੈ ਉਹ ਹਾਈਲਾਈਟਡ ਹੈ, ਕਿਸ ਤੇ ਗੌਰ ਕਰਨਾ ਜ਼ਰੂਰੀ ਹੈ, ਕਿਸ ਤੇ ਜ਼ੋਰ ਦੇਣਾ ਜ਼ਰੂਰੀ ਹੈ, ਇਹ ਸਮਝਣਾ ਜ਼ਰੂਰੀ ਹੈ, ਕਿਉਂਕਿ ਇਸ ਵਕਤ ਤੇ ਜਿਹੜੀ ਸਿਆਸਤ ਚੱਲ ਰਹੀ ਹੈ ਉਹ ਬੜੀ ਹਾਈ ਵੋਲਟੇਜ ਸਿਆਸਤ ਚੱਲ ਰਹੀ ਹੈ ਤੇ ਇਸ ਸਿਆਸਤ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਇਹ ਅਸੀਂ ਕਹਿੰਦੇ ਆ ਵੀ ਵਕਤ ਦੇ ਗਰਭ 'ਚ ਚੀਜ਼ਾਂ ਹੁੰਦੀਆਂ ਨੇ, ਪਰ ਵਕਤ ਜਿਹੜਾ ਹੈ ਉਹ ਬਹੁਤ ਜ਼ਿਆਦਾ ਨਹੀਂ ਰਹਿ ਗਿਆ ਹੋਇਆ। ਸੋ ਅਜਿਹੇ ਵਿੱਚ ਅਸੀਂ ਹਰ ਉਹ ਗੱਲ, ਹਰ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਇਸ ਵਕਤ ਤੁਹਾਡੇ ਵਾਸਤੇ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਸ਼ਣਾਂ ਦੇ ਵਿੱਚੋਂ ਸਮਝਦਾਰ ਲੋਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੱਢ ਲੈਂਦੇ ਨੇ, ਬਹੁਤ ਸਾਰੇ ਲੋਕ ਗੱਲ ਖਿੱਚਦੇ ਵੀ ਨੇ, ਬਹੁਤ ਸਾਰੇ ਲੋਕ ਗੱਲ ਦਾ ਤੂਲ ਵੀ ਬਣਾਉਂਦੇ ਨੇ, ਬਹੁਤ ਸਾਰੀਆਂ ਗੱਲਾਂ ਤੂਲ ਬਣਾਉਣ ਵਾਲੀਆਂ ਹੁੰਦੀਆਂ ਵੀ ਨੇ, ਪਰ ਅਸੀਂ ਤੁਹਾਨੂੰ ਇਸ ਸ਼ੋਅ ਦੇ ਵਿੱਚ ਹਰ ਉਹ ਝਲਕ ਦਿਖਾਵਾਂਗੇ ਜਿਹੜੀ ਕਿ ਅੱਜ ਦੀ ਸਿਆਸਤ ਦਾ ਸਹੀ ਮਿਰਰ, ਸਹੀ ਸ਼ੀਸ਼ਾ ਤੁਹਾਨੂੰ ਦਿਖਾਏਗੀ। ਸੋ ਅਜਿਹੇ ਵਿੱਚ ਦ ਬਿਗ ਪੋਲੀਟੀਕਲ ਸ਼ੋਅ ਦੇ ਵਿੱਚ ਹਰ ਇੱਕ ਗੱਲ ਜਿਹੜੀ ਹੈ ਉਹ ਬਿਗ ਹੋਣ ਵਾਲੀ ਹੈਗੀ ਆ। ਹਰ ਇੱਕ ਗੱਲ ਜਿਹੜੀ ਹੈ ਉਸ ਤੇ ਬਿਗ ਨਜ਼ਰੀਆ ਜਿਹੜਾ ਹੈ ਉਹ ਹੋਏਗਾ ਤੇ ਸਾਂਝਾ ਨਜ਼ਰੀਆ ਅਸੀਂ ਇਸ ਤੇ ਰੱਖਣਾ ਹੈਗਾ। ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅਸੀਂ ਭਗਵੰਤ ਮਾਨ ਦੀ। ਭਗਵੰਤ ਮਾਨ ਅੱਜ ਉਹਨਾਂ ਨੇ ਆਪਣਾ ਡਿਜੀਟਲ ਕੈਂਪੇਨ ਜਿਹੜਾ ਹੈ ਉਹ ਲਾਂਚ ਕੀਤਾ। ਕਹਿੰਦੇ ਬਟਨ ਦਬਾਓ, ਬਟਨ ਦਬਾਉਣ ਦੀ ਗੱਲ ਕਹੀ ਸੀ ਉਹਨਾਂ ਨੇ ਕਿ ਬਟਨ ਦਬਾਓ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਆਉਣਗੇ, ਦਰਵਾਜ਼ਾ ਖੜਕਾਉਣਗੇ। ਸੋ ਐਪ ਜਿਹੜੀ ਹੈ ਉਹ ਲਾਂਚ ਕੀਤੀ ਹੈਗੀ ਆ ਤੇ ਨਾਲ ਦੇ ਨਾਲ ਸਿਆਸਤਦਾਨਾਂ ਦੇ ਉੱਤੇ ਵੀ ਨਿਸ਼ਾਨੇ ਜਿਹੜੇ ਨੇ ਉਹ ਸਾਧੇ ਨੇ। ਨਾਲ ਸੌਂਗ ਲਾਂਚ ਹੋਈ ਆ ਉਹਨਾਂ ਦੀ, ਸਿਆਸਤਦਾਨਾਂ ਦੇ ਨਿਸ਼ਾਨੇ ਸਾਧੇ ਨੇ। ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸੈਸ਼ਨ ਦੇ ਵਿੱਚ ਗੱਲ ਜਿਹੜੀ ਕੀਤੀ ਹੈਗੀ ਆ ਗੰਨਾ ਮਿਲਾਂ ਦੀ ਕੀਤੀ ਆ, ਸ਼ੂਗਰ ਦੀ ਕੀਤੀ ਹੈਗੀ ਆ, ਉਹ ਨਹੀਂ ਸੀ ਹੋਣੀ ਚਾਹੀਦੀ ਬਿਕੋਜ਼ ਦੈਟ ਵਾਜ਼ ਅ ਸਟੇਟ ਸਬਜੈਕਟ। ਉਹ ਸਟੇਟ ਸਬਜੈਕਟ ਸੀ। ਫਿਰ ਉਹਨਾਂ ਨੇ ਕਿਹਾ ਕਿ ਬਈ ਬਾਦਲ ਹੁਣੀ ਕਹਿੰਦੇ ਆ, ਅਕਾਲੀ ਦਲ ਕਹਿੰਦਾ ਵੀ ਤੁਸੀਂ ਆਪਣਾ ਵਕਤ ਜਿਹੜਾ ਹੈ ਉਹ ਵੀ ਬਰਬਾਦ ਕੀਤਾ ਤੇ ਬਾਕੀਆਂ ਦਾ ਵਕਤ ਵੀ ਬਰਬਾਦ ਕਰ ਰਹੇ ਹੋ ਕਿ ਇਹੋ ਜਿਹੀ ਚੀਜ਼ਾਂ ਸੈਸ਼ਨ ਦੇ ਵਿੱਚ ਨਹੀਂ ਕਹੀਦੀਆਂ। ਸੋ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ, ਕਿਸ ਤਰ੍ਹਾਂ ਨਾਲ ਉਹਨਾਂ ਨੂੰ ਇਹ ਗੱਲ ਨਹੀਂ ਪਸੰਦ ਆਈ। ਸੋ ਸਾਰਾ ਕੁਝ ਜੋ ਕਿ ਖਾਸ ਰਿਹਾ, ਹਾਲਾਂਕਿ ਰੈਲੀਆਂ ਨੂੰ ਵੀ ਸੰਬੋਧਿਤ ਕੀਤਾ, ਪਰ ਇਸ ਸਭ ਦੇ ਦਰਮਿਆਨ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਰਹੀ, ਜਿਹੜਾ ਕਿ ਡਿਜੀਟਲੀ ਆਪਣੇ ਆਪ ਨੂੰ ਸਟਰੋਂਗ ਦਿਖਾਇਆ, ਉਹ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਦੇਖ ਲੈਂਦੇ ਹਾਂ ਭਗਵੰਤ ਮਾਨ। ਅੱਜ ਅਸੀਂ ਦੋ ਡਿਜੀਟਲ ਲਾਂਚਿੰਗਸ ਨੇ। ਇੱਕ ਡੋਰ ਟੂ ਡੋਰ ਕੰਪੇਨ ਦਾ ਨਾਮ ਹੈ ਡੋਰ ਟੂ ਡੋਰ, ਜਿਹਦੇ ਵਿੱਚ ਤੁਹਾਡੇ ਮੋਬਾਈਲ ਫੋਨ ਤੇ ਇੱਕ ਮੈਸੇਜ ਆਊਗਾ। ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਤੁਹਾਡੇ ਘਰ ਦਾ ਦਰਵਾਜ਼ਾ ਖਟਕਾਉਣਗੇ, ਅੰਦਰ ਆਉਣਗੇ। ਉਸ ਤੋਂ ਬਾਅਦ ਇੱਕ ਟੌਪਿਕਸ ਆਉਣਗੇ, 11 ਏਜੰਡੇ। ਤੁਸੀਂ ਕਿਹੜੇ ਏਜੰਡੇ ਬਾਰੇ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਕਿ ਤੁਸੀਂ ਕੀ ਕਰੋਗੇ। ਫਰਜ਼ ਕਰ ਲਓ ਬਿਜਲੀ ਬਾਰੇ ਪੁੱਛ ਲਿਆ, ਕਿਸੇ ਨੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਪੁੱਛ ਲਿਆ, ਕਿਸੇ ਨੇ ਲਾਅ ਐਂਡ ਆਰਡਰ ਬਾਰੇ ਪੁੱਛ ਲਿਆ, ਤਾਂ ਉਹਦਾ ਜਵਾਬ ਦੇਵਾਂਗੇ। ਅਸੀਂ ਤੁਹਾਡੇ ਸਾਹਮਣੇ ਲਾਂਚ ਕਰਨਾ ਚਾਹੁੰਦੇ ਹਾਂ। ਇੱਕ ਤਾਂ ਇਹ ਹੈ, ਪਹਿਲਾਂ ਉਹ ਦੱਸ ਦਈਏ ਸੁਧੀਰ ਜੀ, ਉਹ डोर टू डोर वाला चलेगा, चलाओ। है अरे कोई गल। तो एक तो ये है, तो दूजा जो सॉन्ग है सुधीर जी, सॉन्ग सुखविंदर इसे नगरी के वासी ने, वो जन्म भूमि उन्होंने यही है। ਜਿਹੜੇ ਬੰਬੇ ਦੇ ਵਿੱਚ ਮੇਰੇ ਬਹੁਤ ਵਧੀਆ ਮਿੱਤਰ ਨੇ, ਉਹਨਾਂ ਨੇ ਇੱਕ ਕਟਸੀ ਮੈਨੂੰ ਦਿਖਾਈ, ਕਹਿੰਦੇ ਭਗਵੰਤ ਮੈਂ ਯੂਥ ਨੂੰ ਬਚਾਉਣ ਲਈ ਜਿਹੜੇ ਤੂੰ ਕੰਮ ਕਰ ਰਹੇ ਹੋ ਮੈਨੂੰ ਬੜਾ ਅੱਛਾ ਲੱਗਦਾ, ਤੇ ਮੈਂ ਇੱਕ ਛੋਟਾ ਜਿਹਾ ਸੌਂਗ ਤੁਹਾਡੇ ਲਈ ਤਿਆਰ ਕੀਤਾ। ਧੂਰੀ ਹਲਕੇ ਦੀਆਂ ਮਾਵਾਂ ਭੈਣਾਂ ਨਾਲ ਵਿਚਾਰ ਵਟਾਂਦਰਾ ਹੈ। ਉਸ ਪ੍ਰੋਗਰਾਮ ਦਾ ਨਾਮ ਹੈ ਲੇਖਾ ਮਾਵਾਂ ਧੀਆਂ ਦਾ, ਬੜੀ ਮਸ਼ਹੂਰ ਕਹਾਵਤ ਵੀ ਹੈ। ਸੋ ਉੱਥੇ ਮੇਰੇ ਮੰਮੀ ਜੀ, ਮੇਰੀ ਸਿਸਟਰ ਨਰਿੰਦਰ ਭਰਾਜ ਔਰ ਕੇਜਰੀਵਾਲ ਜੀ ਦੇ ਜਿਹੜੇ ਵਾਈਫ ਹੈ ਸੁਨੀਤਾ ਕੇਜਰੀਵਾਲ ਜੀ, ਭਾਬੀ ਜੀ ਸਾਡੇ, ਉਹ ਉਹਨਾਂ ਦੀ ਬੇਟੀ, ਉਹ ਆ ਰਹੇ ਨੇ। ਤੇ ਵਿਚਾਰ ਵਟਾਂਦਰਾ ਮਹਿਲਾਵਾਂ ਨਾਲ ਹੈ, ਪੋਲੀਟੀਕਲ ਨਹੀਂ ਹੈਗਾ। ਮੈਂ ਭਾਬੀ ਜੀ ਕਹਿਣਾ ਫਿਰ ਉਹਨਾਂ ਨੂੰ, मैं छोटा कि मैनू बड़ी खुशी है कि वो मतलब मेरे लिए वोटां कहण आ रहे ने, पर मैं तो कल नूं इत्थे अटारी वाली साइड ते है, अजनाला अटारी, उत्थे सिर्फ लेडीज़ का प्रोग्राम है, लेखा मावां धीआं।
ਮਾਨ ਸਾਹਿਬ ਇੱਕ ਸਵਾਲ ਹੈ, ਤੁਸੀਂ ਕੱਲ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਕਿ ਮੈਂ ਉੱਥੇ ਗਿਆ ਵਾਂ, ਤੁਸੀਂ ਪੰਜਾਬ ਦੇ ਸੀਐਮ ਬਣ ਜਾਂਦੇ ਜੇ ਤੇ ਪੰਜਾਬ ਦੀ ਆਵਾਜ਼ ਲੋਕ ਸਭਾ 'ਚ ਕੌਣ ਚੁੱਕੂਗਾ ਫਿਰ? ਨਹੀਂ, ਜੇ ਇਹ ਕੰਮ ਹੋ ਗਿਆ ਫਿਰ ਪੰਜਾਬ ਦੀ ਆਵਾਜ਼ ਤਾਂ ਇੱਥੇ ਹੀ ਚੁੱਕਾਂਗੇ ਅਸੀਂ। ਨਹੀਂ ਮੇਰਾ ਸਵਾਲ ਹੈ, ਬਹੁਤ ਸਾਰੇ ਬਾਈ ਇਲੈਕਸ਼ਨ ਆਊਗੀ, ਕੋਈ ਨਾ ਕੋਈ ਬਹੁਤ ਵਧੀਆ ਬੰਦਾ ਦੇਵਾਂਗੇ। ਬਹੁਤ ਸਾਰੇ ਮੁੱਦੇ ਨੇ ਜਿਹੜੇ ਕੇਂਦਰ ਦੇ ਨਾਲ ਭਗਵੰਤ ਮਾਨ ਉਹ ਅਸੀਂ ਉਹਨਾਂ ਨਾਲ ਮਿਲ ਕੇ ਚੱਲਾਂਗੇ, ਉਹ ਕੋਈ ਪ੍ਰੋਬਲਮ ਨਹੀਂ। ਮਾਨ ਸਾਹਿਬ ਇਹ ਕਿਹਾ ਜਾ ਰਿਹਾ ਵੀ ਤੁਸੀਂ ਕੱਲ ਗਏ ਉੱਥੇ ਪਾਰਲੀਮੈਂਟ 'ਚ ਬੋਲੇ ਗੰਨੇ ਦੇ ਸਮਰਥਨ ਮੁੱਲ ਦੀ ਗੱਲ ਕੀਤੀ, ਪਰ ਉਹ ਤੇ ਸਟੇਟ ਮੁੱਦਾ ਹੈ। ਤੁਸੀਂ ਉੱਥੇ ਪਾਰਲੀਮੈਂਟ 'ਚ ਸਰ ਜਿਹੜੀਆਂ ਮਿਲਜ਼ ਨੇ ਇਲਜ਼ਾਮ ਲਾਇਆ ਕਿ ਸਟੇਟ ਮੁੱਦਾ ਹੈ, ਸਮਾਂ ਖਰਾਬ ਕਰ ਰਹੇ ਪਾਰਲੀਮੈਂਟ ਦਾ ਭਗਵੰਤ ਮਾਨ। ਅੱਛਾ ਬੁਨਿਆਦ ਤੇ ਫਿਰ ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਕਿਉਂ ਨਹੀਂ ਜਾਂਦੇ ਸਮਾਂ ਖਰਾਬ ਕਰਨ ਉੱਥੇ? ਸਾਨੂੰ ਸਮਾਂ ਖਰਾਬ ਕਰਨ ਵਾਸਤੇ ਚੁਣਿਆ ਲੋਕਾਂ ਨੇ, ਉਹਨਾਂ ਕੋਲ ਕੋਈ ਮੁੱਦਾ ਹੀ ਹੈ ਨਹੀਂ। ਜਿਹੜੀਆਂ ਮਿੱਲਾਂ ਨੇ ਨਾ, ਮੈਂ ਦੱਸਦਾ ਸਟੇਟ ਮੁੱਦਾ ਕਹਿੰਦੇ, ਜਿਹੜੀਆਂ ਮਿੱਲਾਂ ਨੇ ਸ਼ੂਗਰ ਮਿੱਲਾਂ, ਉਹ ਕਿਹਦੀਆਂ ਨੇ? ਲੀਡਰਾਂ ਦੀਆਂ। ਧੂਰੀ ਵਾਲੀ ਮਿੱਲ ਡੀਪੀ ਯਾਦਵ ਦੀ ਹੈ, ਜੋ ਬੀਜੇਪੀ ਵੱਲੋਂ ਲੜ ਰਿਹਾ ਹੈ ਇਲੈਕਸ਼ਨ ਤੋਂ, ਯੂਪੀ ਤੋਂ। ਤਾਂ ਜੇ ਮੈਂ ਉੱਥੇ ਜਾ ਕੇ ਬੋਲੂੰਗਾ ਤਾਂ ਇਹ ਗੱਲ ਉੱਥੇ ਤੱਕ ਜਾਊਗੀ ਕਿ ਹਾਂ ਮਿੱਲਾਂ ਦਾ ਪੈਸਾ ਰਹਿੰਦਾ ਹੈ, ਕਰੋੜਾਂ ਰੁਪਏ ਪਿਆ, ਹਜੇ ਵੀ ਪਿਆ। ਕੱਲਾ ਮਿੱਲਾਂ ਬਾਰੇ ਥੋੜੀ ਬੋਲਿਆ ਮੈਂ, ਨਰਮੇ ਤੇ ਉਹਦੇ ਬਾਰੇ ਵੀ ਮੈਂ 743 ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ੇ ਦੀ ਵੀ ਗੱਲ ਕੀਤੀ ਹੈ। ਇਹ ਤਾਂ ਸਟੇਟ ਮੁੱਦਾ ਨਹੀਂ। ਜਿਹੜੇ ਉਹਨਾਂ ਦੇ ਪਰਚੇ ਹੋਏ ਨੇ, ਜਦੋਂ ਪ੍ਰਧਾਨ ਮੰਤਰੀ ਨੇ ਇਹੀ ਕਹਿਤਾ ਕਿ ਮੇਰੀ ਗਲਤੀ ਹੈ, ਮਤਲਬ ਗਲਤੀ ਹੋ ਗਈ, ਕਾਨੂੰਨ ਗਲਤ ਸੀਗੇ, ਤਾਂ ਫਿਰ ਇਹਦਾ ਮਤਲਬ ਕੇਸ ਵੀ ਗਲਤ ਸੀ, ਵਾਪਸ ਲਓ ਸਾਰੇ। ਉਹ ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਪਿਛਲੀ ਵਾਰੀ ਨਸ਼ਾ ਔਰ ਬੇਅਦਬੀ ਸਭ ਤੋਂ ਵੱਡਾ ਮੁੱਦਾ ਸੀਗੇ, ਇਸ ਵਾਰੀ ਦੋਨੋਂ ਮੁੱਦੇ ਚੁਣਾਵੀ ਮੁੱਦਿਆਂ ਤੋਂ ਉਹ ਗਾਇਬ ਨੇ? ਕੌਣ ਕਹਿੰਦਾ? ਹਾਂਜੀ ਕੌਣ ਕਹਿੰਦਾ? ਅਸੀਂ ਕਹਿ ਰਹੇ ਹਾਂ। ਤੁਸੀਂ ਸਪੀਚ ਸਾਡੀ ਸੁਣਿਆ ਕਰੋ, ਹਰ ਰੋਜ਼ ਮੈਨੂੰ ਮਿਲਦੇ ਨੇ ਲੋਕ ਕਿ ਮੇਰਾ ਸਾਡਾ ਸਭ ਤੋਂ ਵੱਡਾ ਮੁੱਦਾ ਹੀ ਇਹ ਹੈ। ਆ ਤੁਸੀਂ ਲਾਂਚਿੰਗ 'ਚ ਦੇਖ ਲਿਓ, ਅਸੀਂ ਪ੍ਰੋਪਰ ਪਲੈਨਿੰਗ ਕੀਤੀ ਹੋਈ ਹੈ ਸਾਰੀ ਰੋਡ ਮੈਪ। ਪ੍ਰਧਾਨ ਮੰਤਰੀ ਸਾਹਿਬ ਆ ਰਹੇ, ਫਿਰ ਤਿੰਨ ਰੈਲੀਆਂ ਕਰਨਗੇ, ਕੀ ਕਹਿਣਾ ਚਾਹੁੰਦੇ ਪਹਿਲਾਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਦੋਂ ਰੌਲਾ ਪਿਆ ਸੀ? ਨਹੀਂ, ਹੱਕ ਆ ਉਹਨਾਂ ਨੂੰ ਵੀ ਆ ਜਾਣ, ਉਹ ਆਪਣਾ ਪ੍ਰੋਗਰਾਮ ਰੱਖ ਦੇਣ, ਬਾਕੀ ਲੋਕ ਫੈਸਲਾ ਕਰਨਗੇ। ਚਲਾਓ ਜੀ ਸਿੱਧੇ ਆ ਰਹੇ ਨੇ ਜੀ, ਕਹਿੰਦੇ ਜੀ ਮੇਰਾ ਪੰਜਾਬ ਪ੍ਰਤੀ ਪਿਆਰ ਹੈ, ਮੈਂ ਇਸ ਕਰਕੇ ਪੰਜਾਬੀਆਂ ਨੂੰ ਕੋਈ ਸੁਨੇਹਾ ਦੇਣ ਵਾਸਤੇ ਆ ਰਹੀ ਹਾਂ। ਅੱਛਾ, ਵਧੀਆ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਜਿਹੜਾ ਪੰਜਾਬ ਦੇ ਲਈ ਕੁਝ ਨਾ ਕੁਝ ਆਪਣੇ ਐਲਾਨ ਕਰਨਾ ਚਾਹੁੰਦੇ ਨੇ। ਪਿੱਛੇ ਵੀ ਕਿਹਾ 1 ਲੱਖ ਕਰੋੜ ਦਾ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇਗਾ। ਇਹ ਗੱਲ, ਇਹ ਪੈਕੇਜ ਜਿਹੜੇ ਨੇ ਵੈਸੇ ਦਿੱਤੇ ਜਾਣਗੇ ਕਿ ਜੇਕਰ ਸਰਕਾਰ ਕਿਸੇ ਹੋਰ ਦੀ ਬਣ ਗਈ, ਜਿਵੇਂ ਆਮ ਆਦਮੀ ਪਾਰਟੀ ਦੀ ਜਾਂ ਕਿਸੇ ਹੋਰ ਗੱਠਜੋੜ ਦੀ ਬਣ ਗਈ, ਤੇ ਫਿਰ ਵੀ ਇਹ ਦੇਣਗੇ। ਬਿਹਾਰ ਦੇ ਵਿੱਚ ਐਲਾਨ ਨਹੀਂ ਕੀਤਾ ਸੀ 60,000 ਕਰੋੜ ਦੇ ਦੂੰ ਜਾਂ ਜ਼ਿਆਦਾ ਕਰ ਦੂੰ, 70 ਕਰ ਦੂੰ ਜਾਂ 80 ਕਰ ਦੂੰ, ਉਹ ਦੇਤਾ ਸੀ। ਫਿਰ ਜੁਮਲੇ ਨੇ ਬੀਜੇਪੀ, ਭਾਰਤੀ ਜੁਮਲਾ ਪਾਰਟੀ। ਮਾਨ ਸਾਹਿਬ ਇੱਕ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਗੱਲ ਹੋਈ ਸੀ, 2 ਸੀਨੀਅਰ ਲੀਡਰਾਂ ਨੂੰ ਭੇਜਿਆ ਗਿਆ ਸੀ, ਦੁਰਗੇਸ਼ ਪਾਠਕ ਔਰ ਸੰਜੇ ਸਿੰਘ ਨੂੰ, ਤੇ ਮੈਨੂੰ ਕਿਹਾ ਗਿਆ ਸੀ ਸਾਡੇ ਲਈ ਪ੍ਰਚਾਰ ਕਰੋ ਤੇ ਤੁਹਾਨੂੰ ਬਾਅਦ ਅਸੀਂ ਐਮਐਲਏ ਦਾ ਇਲੈਕਸ਼ਨ ਦੇਣ ਲਾਵਾਂਗੇ। ਕੇਜਰੀਵਾਲ ਸਾਹਿਬ ਤੇ ਉਹਨਾਂ ਨੇ ਇਹ ਆਰੋਪ ਲਗਾਏ। ਨਵਜੋਤ ਸਿੱਧੂ ਜੀ ਪੀਪੀਸੀਸੀ ਦੇ ਪ੍ਰਧਾਨ ਨੇ, ਉਹ ਆਪਣੇ ਆਪ ਨੂੰ ਸਿੱਧੂ ਸ਼ੇਰ ਕਹਿੰਦੇ ਨੇ, ਠੀਕ ਹੈ ਨਾ। ਹੁਣ ਮੈਨੂੰ ਨਹੀਂ ਪਤਾ ਕਿ ਉਹ ਸ਼ੇਰ ਨੇ ਜਾਂ ਕੀ ਨੇ, ਪਰ ਉਹਨਾਂ ਦੀ ਆਪਦੀ ਪਾਰਟੀ ਨੇ ਨਾ ਉਹਨਾਂ ਦਾ ਏਜੰਡਾ ਮੰਨਿਆ, ਸਿੱਧੂ ਦਾ ਮਾਡਲ ਪਤਾ ਨਹੀਂ ਕਿਹੜਾ ਕਹਿੰਦੇ ਸੀ, ਤੇ ਨਾ ਹੀ ਉਹਨਾਂ ਨੂੰ ਚੀਫ ਮਿਨਿਸਟਰ ਦਾ ਡਿਕਲੇਅਰ ਕੀਤਾ। ਤੇ ਇਹਦੇ 'ਚ ਮੈਂ ਕੀ ਕਰ ਸਕਦਾ ਹਾਂ? ਮਾਨ ਸਾਹਿਬ ਚੰਨੀ ਗਰੀਬ ਹੈ, ਚੰਨੀ ਗਰੀਬ ਹੈ ਕਿ ਨਵਜੋਤ ਸਿੰਘ ਸਿੱਧੂ ਗਰੀਬ ਹੈ? ਲੋਕ ਗਰੀਬ ਨੇ ਜੀ ਪੰਜਾਬ ਦੇ, ਜਿਹੜੇ ਇਹੋ ਜਿਹੇ ਨੂੰ ਚੁਣਦੇ ਨੇ, ਜਿਹੜੇ ਇਹੋ ਜਿਹੇ ਨੂੰ ਚੁਣਦੇ ਨੇ, ਉਹ ਗਰੀਬ ਨੇ ਵਿਚਾਰੇ। ਇਹ ਇਹਨਾਂ ਦਾ ਕਰੋੜਾਂ ਰੁਪਏ ਇਹਨਾਂ ਦੇ ਘਰੋਂ ਲੱਭਦਾ ਹੈ, ਰਿਸ਼ਤੇਦਾਰਾਂ ਤੋਂ। ਚੰਨੀ ਜੀ ਨੇ ਇਸੇ ਗੱਲ ਨੂੰ ਆਖਿਆ, ਉਹ ਕਹਿੰਦੇ ਮਾਨ ਸਾਹਿਬ ਨੂੰ ਭੁਲੇਖਾ ਪਿਆ ਵੀ ਮੇਰੀ ਜਾਇਦਾਦ 170 ਕਰੋੜ ਨਹੀਂ ਬਲਕਿ 1 ਕਰੋੜ 69 ਲੱਖ ਰੁਪਏ, ਵੀ ਮੈਂ ਕੀ ਕਰਾਂ। 11 ਮਾਰਚ ਤੋਂ ਬਾਅਦ ਸਾਰਾ ਤੁਹਾਨੂੰ ਐਫੀਡੇਵਿਟ ਦੇਵਾਂਗੇ ਕਿ ਕਿੱਥੇ ਕਿੱਥੇ। ਤੁਸੀਂ ਕਿੱਦਾਂ ਦੇਖਦੇ ਹੋ ਆਪਣੇ ਪੱਪੂ ਨੇ ਪਾਇਆ ਸੀ ਸਿੱਧੂ ਨੇ, ਉਹਨੂੰ ਸਿੱਧੂ ਬਣਾਤਾ ਉਹਨੂੰ ਰਾਹੁਲ ਨੇ? ਮੈਂ ਕੀ ਕਹਾਂ ਜੀ, ਤੁਸੀਂ ਲੋਕਾਂ ਦਾ ਸਵਾਲ ਕਿਉਂ ਨਹੀਂ ਪੁੱਛਦੇ? ਰਾਹੁਲ ਨੇ ਐਂ ਕਿਹਾ ਜੀ, ਕੈਪਟਨ ਨੇ ਐਂ ਕਿਹਾ ਜੀ, ਮੁਸਤਫਾ ਨੇ ਐਂ ਕਿਹਾ ਜੀ, ਤੁਸੀਂ ਲੋਕਾਂ ਦਾ ਸਵਾਲ ਕਿਉਂ ਨਹੀਂ ਪੁੱਛਦੇ ਵੀ ਲੋਕ ਕੀ ਕਹਿੰਦੇ ਨੇ? ਮਾਨ ਸਾਹਿਬ ਸਿੱਧੂ ਸਾਹਿਬ ਨੇ ਵੀ ਮਾਨ ਕਿਹਾ ਸਾਹਿਬ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ ਸਰ, ਪੰਜਾਬ 'ਚ ਤੁਸੀਂ ਨਸ਼ਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੁੱਦਾ ਬਾਰ-ਬਾਰ ਚੁੱਕ ਰਹੇ ਹੋ ਨਸ਼ੇ ਦਾ, ਤੁਹਾਡੀ ਆਪ ਦੀ ਪਲੈਨਿੰਗ ਕੀ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ? ਰੀਹੈਬ ਸੈਂਟਰ ਖੋਲਾਂਗੇ, ਫਿਰ ਸਪਲਾਈ ਲਾਈਨ ਤੋੜਾਂਗੇ, ਫਿਰ ਜਦੋਂ ਉਹ ਜਿਹੜੇ ਮੁੰਡੇ ਐਡਿਕਟਡ ਨੇ, ਉਹ ਤੋਂ ਬਾਅਦ ਉਹਨਾਂ ਨੂੰ ਹਸਪੀਟਲ 'ਚ ਜਾ ਕੇ ਮੈਡੀਕਲੀ, ਫਿਰ ਉਹਨਾਂ ਨਾਲ ਸਾਈਕੈਟਰਿਸਟ ਲੈ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ, ਉਹ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ, ਤਾਂ ਕਿ ਉਹ ਫਿਰ ਦੁਬਾਰਾ ਉਧਰ ਨਾ ਜਾਣ। ਕੇਜਰੀਵਾਲ ਦੇ ਪਰਿਵਾਰਕ ਮੈਂਬਰ ਤੇ ਵੀ ਈਡੀ ਦਾ ਪਰਚਾ ਹੈ, ਕੋਈ ਗੱਲ ਕਰ ਲਓ। ਮਾਨ ਸਾਹਿਬ ਦੇ ਮੁੱਦੇ ਨੇ ਪੰਜਾਬ ਦੇ, ਜਿਵੇਂ 3 ਲੱਖ ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਦੇ ਆਂਦੀ ਹੈ, ਤੇ ਇਹ ਸਾਰੇ ਏਜੰਡੇ ਨੂੰ ਲਾਗੂ ਕਰਨ ਲਈ ਕਿੰਨਾ ਸਮਾਂ ਲੱਗੇਗਾ? ਸਾਰਾ ਕੁਝ ਆ, ਸਾਰਾ ਡਿਜੀਟਲ ਲਾਂਚਿੰਗ ਦੇ ਵਿੱਚ ਸਾਰਾ ਕੁਝ ਹੈ।
ਸੋ ਅਕਾਲੀ ਦਲ ਦਾ ਕੈਂਪੇਨ ਵੀ ਜਿਹੜਾ ਹੈ ਉਹ ਜਾਰੀ ਹੈਗਾ। ਲਗਾਤਾਰ ਵੱਖ-ਵੱਖ ਥਾਵਾਂ ਤੇ ਜਾ ਰਹੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਡੇਲੀ ਰੈਲੀਆਂ ਹੁੰਦੀਆਂ, ਡੇਲੀ ਸਕੇਡਿਊਲ ਜਿਹੜਾ ਹੈ ਉਹ ਆ ਜਾਂਦਾ ਹੈਗਾ। ਸੋ ਅਜਿਹੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇੰਟਰਸਟਿੰਗ ਕਹਿ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੋਂ। ਬਹੁਤ ਸਾਰੇ ਅਜਿਹੇ ਵਾਰ ਕਰ ਜਾਂਦੇ ਨੇ ਜਿਹੜੇ ਕਿ ਬੜੇ ਹਾਈਲਾਈਟਡ ਵਾਰ ਹੁੰਦੇ ਨੇ। ਜਿੱਥੇ ਜਿਸ ਇਲਾਕੇ 'ਚ ਜਾਂਦੇ ਨੇ ਉੱਥੇ ਕਿਹੜੇ-ਕਿਹੜੇ ਕੰਮ ਹੋਏ, ਕਿਹੜੇ-ਕਿਹੜੇ ਕੰਮ ਅਕਾਲੀ ਦਲ ਵਕਤ ਵਿੱਚ ਹੋਏ। ਤੇ ਵੈਸੇ ਤੇ ਉਹ ਕਹਿੰਦੇ ਨੇ ਕਿ ਜੋ ਵੀ ਕੁਝ ਕਰਵਾਇਆ ਹੈਗਾ, ਭਾਵੇਂ ਸੜਕਾਂ, ਗਲੀਆਂ, ਨਾਲੀਆਂ ਤੋਂ ਲੈ ਕੇ ਵਿਕਾਸ ਤੱਕ, ਹੈਲਥ ਤੱਕ, ਐਜੂਕੇਸ਼ਨ ਤੱਕ, ਜੋ ਕੀਤਾ ਹੈਗਾ ਉਹ ਅਕਾਲੀ ਦਲ ਨੇ ਕੀਤਾ ਹੈਗਾ। ਜੋ ਬਰਬਾਦ ਕੀਤਾ ਹੈਗਾ ਉਹ ਕਾਂਗਰਸ ਨੇ ਕੀਤਾ ਹੈਗਾ, ਤੇ ਜੋ ਬਰਬਾਦ ਕਰ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈਗੀ ਹੈ। ਸੋ ਅਜਿਹੇ ਵਿੱਚ ਤੰਜ਼ ਜਿਹੜੇ ਨੇ ਉਹ ਬੜੇ ਜ਼ਿਆਦਾ ਜ਼ਬਰਦਸਤ ਹੈਗੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਉਹ ਟਿਕਟਾਂ ਦੀ ਵੰਡ ਨੂੰ ਲੈ ਕੇ, ਭਾਵੇਂ ਉਹ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਉਹ ਇਸ ਗੱਲ ਨੂੰ ਲੈ ਕੇ ਬਿਲਕੁਲ ਕਾਮਨ ਹੈਗੇ ਨੇ, ਕਿਉਂਕਿ ਉੱਥੇ ਕਿਸੇ ਵੀ ਗੱਲ ਦੀ ਨਾ ਤੇ ਜਸਟੀਫਿਕੇਸ਼ਨ ਦਿੱਤੀ ਜਾਂਦੀ ਹੈ ਤੇ ਨਾ ਹੀ ਉੱਥੇ ਫੇਅਰ ਐਂਡ ਸਕੁਅਰ ਕੰਮ ਹੁੰਦਾ ਹੈ। ਸੋ ਸੁਖਬੀਰ ਸਿੰਘ ਬਾਦਲ ਦੀਆਂ ਰੋਚਕ ਗੱਲਾਂ ਕੀ ਕੁਝ ਰਹੀਆਂ, ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਅੱਜ ਕੱਲ੍ਹ ਲੋਕ ਕੀ ਭਾਲਦੇ ਆ, ਅਸੀਂ ਖਬਰ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਪਰ ਲੋਕ ਜਿਹੜੇ ਨੇ ਉਹ ਮਸਾਲਾ ਭਾਲਣਗੇ। ਸੋ ਮਸਾਲਾ ਵੀ ਹੈ, ਖਬਰ ਵੀ ਹੈ, ਖੁਦ ਦੀ ਸਮਝ ਵੀ ਹੈ, ਸਭ ਕੁਝ ਸੁਖਬੀਰ ਸਿੰਘ ਬਾਦਲ ਦੀ ਇਸ ਸਪੀਚ ਵਿੱਚ ਤੁਹਾਨੂੰ ਮਿਲੇਗਾ। ਸਰਕਾਰ ਇੱਕ ਰੇਲ ਗੱਡੀ ਮੰਗੂ ਹੈ, ਮੁੱਖ ਮੰਤਰੀ ਇੰਜਨ ਤੇ ਮੰਤਰੀ ਤੇ ਸਰਕਾਰ ਡੱਬੇ। ਜੇ ਮੁੱਖ ਮੰਤਰੀ ਤੁਸੀਂ ਚੰਗਾ ਲੱਭ ਲਓਗੇ ਤੇ ਇੰਜਨ ਬੜੀ ਸਪੀਡ ਨਾਲ ਚੱਲੂ, ਪਰ ਜੇ ਜਿਵੇਂ ਪਿਛਲੇ 5 ਸਾਲ ਮੰਗੂ ਕੈਪਟਨ ਨੂੰ ਇੰਜਨ ਲੱਭ ਲਿਆ, ਉਹ ਸਟਾਰਟ ਹੀ ਨਹੀਂ ਹੋਇਆ 5 ਸਾਲ। ਹੁਣ ਇੰਜਨ ਤੇ ਨਿਰਭਰ ਹੈ। ਤੁਹਾਡੇ ਸਾਹਮਣੇ 3 ਇੰਜਨ ਹੈ, ਇੱਕ ਭਗਵੰਤ ਮਾਨ, ਇੱਕ ਚੰਨੀ, ਇੱਕ ਤੁਹਾਡੀ ਪਾਰਟੀ ਦਾ। ਤਿੰਨਾਂ 'ਚ ਫਰਕ ਦੇਖ ਲਓ, ਪਿਛੋਕੜ ਦੇਖ ਲਓ, ਕੰਮ ਕਰਨ ਦਾ ਇਰਾਦਾ ਦੇਖ ਲਓ, ਕਿਹਨੇ ਕੀ ਕੀਤਾ ਹੈ। ਜਦੋਂ ਆਪਾਂ ਕੋਈ ਰਿਸ਼ਤਾ ਕਰਨ ਜਾਂਦੇ ਆ, ਆਪਾਂ ਪਰਿਵਾਰ ਦਾ ਪਿਛੋਕੜ ਦੇਖਦੇ ਹਾਂ ਕਿ ਉਹ ਪਰਿਵਾਰ ਕਹਿ ਜਾਏ ਉਵੇਂ ਹੀ। ਤੁਸੀਂ ਦੇਖੋ ਕਿ ਜਿਹੜਾ ਮੁੱਖ ਮੰਤਰੀ ਜਿਹਨੇ ਤੁਹਾਡੀ ਸੂਬੇ ਦੀ ਬਾਗਡੋਰ ਸੰਭਾਲ ਕੇ ਚਲਾਉਣਾ ਹੈ, ਕਿ ਉਹ ਜਵਾਨ ਦਾ ਪੱਕਾ, ਕਿ ਉਹਨੇ ਕੰਮ ਕੀਤੇ ਹੈ, ਜੇ ਕੀਤੇ ਕਹਿ ਜੇ ਕੀਤੇ ਹੈ, ਕਿ ਲਾਰੇ ਤਾਂ ਨਹੀਂ ਲਾਏ, ਕਿ ਡਰਾਮੇ ਤਾਂ ਨਹੀਂ ਕਰਦਾ, ਕਿ ਉਹ ਮੁੱਖ ਮੰਤਰੀ ਬਣ ਕੇ ਜਦੋਂ ਦੁਨੀਆ ਦੇ ਕੋਨੇ-ਕੋਨੇ ਜਾਊਗਾ ਕਿ ਸਾਡੀ ਸ਼ਾਨ ਵਧੂਗੀ ਜਾਂ ਘਟੂਗੀ। ਆਹ ਫੈਸਲੇ ਦੇਖਣੇ ਪੈਣੇ ਆ। 4 ਪਾਰਟੀਆਂ, ਬੀਜੇਪੀ ਦੀ ਤਾਂ ਦੁਕਾਨ ਹੀ ਬੰਦ ਹੈ, ਕੋਈ ਕਹਿਣ ਦਾ ਫਾਇਦਾ ਨਹੀਂ। ਦੂਜੇ ਹੈਗੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਕੇਜਰੀਵਾਲ ਦਾ ਕੀ ਬਿਆਨ ਹੁੰਦਾ ਸੀ ਕਿ ਅਸੀਂ ਟਿਕਟਾਂ ਦੇਵਾਂਗੇ ਰਿਕਸ਼ਾ ਚਲਾਉਣ ਵਾਲੇ ਨੂੰ, ਟਿਕਟਾਂ ਦੇਵਾਂਗੇ ਰੇਹੜੀ ਚਲਾਉਣ ਵਾਲੇ ਨੂੰ, ਟਿਕਟਾਂ ਦੇਵਾਂਗੇ ਇੱਕ ਗਰੀਬ ਦੁਕਾਨਦਾਰ ਨੂੰ। ਦਿੱਤੀਆਂ ਕਿਹਨੂੰ ਹੈ? ਰਮਨ ਮਹਿਲ ਰਿਕਸ਼ਾ ਚਲਾਉਂਦਾ। 65 ਸੀਟਾਂ ਕਹਿੰਦੇ ਐਕਤੀ ਸਾਨੂੰ ਦਿਓ ਮੌਕਾ, ਕਿਉਂਕਿ ਅਸੀਂ ਨਵੇਂ ਆ। 65 ਸੀਟਾਂ 117 ਵਿੱਚੋਂ ਦਲ ਬਦਲੂਆਂ ਨੂੰ ਦਿੱਤੀਆਂ 65 ਸੀਟਾਂ। ਰਮਨ ਮਹਿਲ ਪਹਿਲੇ ਕਾਂਗਰਸ, ਮਾਰੀ ਸ਼ਾਲ ਆਪ ਲੈ ਗਏ ਟਿਕਟ। बेचारे AIG साहब मेहनत करते रहे, पैसे लेते, पैसे ना टिकटां बेची आंदे हैं। हुण कुलवंत सिंह मोहाली दा 2000 करोड़ दा मालिक, जिहड़ा उत्थे कार्यकर्ता सी, जिहड़ा काम करता सी 5 साल, जिन्हें गलियां नालियां जाके आम आदमी की आवाज उठाई, उन्होंने कढ़ के बाहर मरिया, तो पैसे लेके ले गए। लुधियाने दे 6 कैंडिडेट लुधियाने शहर दे, किसी दे रेप का केस है, किसी दे मर्डर दे केस है,
ਉਹ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਫਿਰ ਬਦਲਾਅ ਕਿਹੋ ਜਿਹਾ ਲੈ ਕੇ ਆਉਣਗੇ? ਆ ਬਦਲਾਅ ਹੈ? ਆ ਕੋਈ ਨਵੀਂ ਸੋਚ ਹੈ? ਜਿਹੜੇ ਅਸੀਂ ਨਹੀਂ ਟਿਕਟਾਂ ਦਿੱਤੀਆਂ, ਜਿਹੜੇ ਅਸੀਂ ਨਹੀਂ ਦਿੱਤੀਆਂ, ਕਾਂਗਰਸ ਨੇ ਦਿੱਤੀਆਂ, ਜਿਹੜੀਆਂ ਸੋਚਿਆ ਕਿ ਨਕੰਮੇ ਬੰਦੇ ਹੈ, ਕਰਪਟ ਹੈ, ਉਹਨਾਂ ਨੂੰ ਆਮ ਆਦਮੀ ਨੇ ਦਿੱਤੀਆਂ। ਆ ਇਹਨਾਂ ਦੀ ਸੋਚ ਹੈ। ਕੇਜਰੀਵਾਲ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਆਈ ਕੇਜਰੀਵਾਲ ਨੇ 3 ਸਾਲ ਪਹਿਲੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਪੰਜਾਬ 'ਚੋਂ ਇਸ ਵੇਲੇ ਨਹਿਰ ਕੱਢੋ, ਦਿੱਲੀ ਨੂੰ ਪਾਣੀ ਚਾਹੀਦਾ। ਜੇ ਝਾੜੂ ਨੂੰ ਪਾਉਂਗੇ ਆਪਣੀ ਨਹਿਰਾਂ ਝਾੜੂ ਫੇਰਨਾ ਪੈਣਾ, ਕਿਉਂਕਿ ਪਾਣੀ ਤਾਂ ਹੋਣਾ ਨਹੀਂ। ਆ ਜਿਹੜਾ ਕੇਜਰੀਵਾਲ 1 ਸਾਲ ਪਹਿਲੇ ਨੇ ਸੁਪਰੀਮ ਕੋਰਟ 'ਚ ਦਰਖਾਸਤ ਦਿੱਤੀ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ, ਧੂਆਂ ਆਉਂਦਾ ਦਿੱਲੀ, ਹਰਿਆਣੇ ਤੋਂ ਤਾਂ ਆਉਂਦਾ ਨਹੀਂ, ਪੰਜਾਬ ਤੋਂ ਹੀ ਆਉਂਦਾ ਇਹਨੂੰ। ਤੇ ਫਿਰ ਇਹ ਜਿਹਾ ਬੰਦਾ ਕੇਜਰੀਵਾਲ ਕਹਿੰਦਾ ਮੈਂ ਹਰ ਔਰਤ ਨੂੰ 1000 ਰੁਪਏ ਦਊਂ, ਜਿੱਥੋਂ ਦਾ ਮੁੱਖ ਮੰਤਰੀ ਦਿੱਲੀ ਹੈ 10 ਸਾਲ ਹੋ ਗਏ 1 ਰੁਪਿਆ ਨਹੀਂ ਦਿੱਤਾ। ਇੱਥੇ ਆ ਕੇ ਕਹਿੰਦਾ 300 ਯੂਨਿਟ ਬਿਜਲੀ ਦੇ ਮੁਫਤ ਕਰੂੰ, ਜਿੱਥੇ ਦਿੱਲੀ ਹੈ ਉੱਥੇ 1 ਰੁਪਿਆ ਨਹੀਂ ਦਿੱਤਾ। ਤੇ ਮੇਰਾ ਮਤਲਬ ਹੈ ਜਿਹੜਾ ਬੰਦਾ ਜਿੱਥੇ ਮੁੱਖ ਮੰਤਰੀ ਹੈ, ਜਿੱਥੇ ਅੱਜ ਕਰ ਸਕਦਾ ਫੈਸਲਾ, ਉੱਥੇ ਦਾ ਕੀਤਾ ਨਹੀਂ ਇਹਨੇ, ਤੇ ਦੂਜੇ ਸੂਬੇ ਜਾ ਕੇ ਕਰੂਗਾ। ਇਹਨਾਂ ਦਾ ਕੰਮ ਇੱਕੋ ਇੱਕ ਹੈ। ਜਿਵੇਂ ਅੰਗਰੇਜ਼ਾਂ ਨੇ ਦੇਸ਼ 'ਚ ਆ ਕੇ ਆਪਾਂ ਨੂੰ ਲੁੱਟਿਆ, ਉਹੀ ਕੰਮ ਹੈ। ਤੁਸੀਂ ਦੇਖਿਆ ਹੋਣਾ ਪਿਛਲੇ 1.5-2 ਸਾਲ 850 ਕਰੋੜ ਰੁਪਇਆ ਦਿੱਲੀ ਦੇ ਸਰਕਾਰ ਦੇ ਖਜ਼ਾਨੇ ਦਾ ਕੱਢ ਕੇ ਪੰਜਾਬ ਦੇ ਅਖਬਾਰਾਂ ਇਸ਼ਤਿਹਾਰ ਲਾਏ ਆਪਣੀ ਪਾਰਟੀ ਨੂੰ ਤਕੜਾ ਕਰਨ ਵਾਸਤੇ। ਪੰਜਾਬ ਦੀ ਇੱਥੇ ਅਖਬਾਰਾਂ ਇਸ਼ਤਿਹਾਰ ਦਿੱਤੇ, ਟੀਵੀ ਤੇ ਇਸ਼ਤਿਹਾਰ ਦਿੱਤੇ, ਪੈਸਾ ਸੀ ਦਿੱਲੀ ਸਰਕਾਰ ਦਾ। ਜਦੋਂ ਪੰਜਾਬ 'ਚ ਇਹਨੇ ਸਰਕਾਰ ਬਣੀ, ਫਿਰ ਪੰਜਾਬ ਦਾ ਪੈਸਾ ਵੀ ਨਾਲ ਜੋੜ ਲੂਗਾ ਦੇਸ਼ 'ਚ ਆਪਣੀ ਪਾਰਟੀ ਖੜੇ ਕਰਨ ਵਾਸਤੇ। ਆਹ ਤਾਂ ਸੋਚ ਇਹਦੀ। ਕਾਂਗਰਸ ਤਾਂ ਤੁਹਾਨੂੰ ਪਤਾ ਹੀ ਹੈ, ਚੰਨੀ ਜੇ ਤਾਂ ਧਾਰਾਂ ਧੂਰਾਂ ਕਢਾਉਣੀਆਂ ਤਾਂ ਬੁਲਾ ਲਓ ਉਹਨੂੰ। ਦੇਖੋ ਇਹਨਾਂ ਦੀ ਕੋਈ ਨੀਅਤ ਨਹੀਂ। 5 ਸਾਲ ਤੁਹਾਡੇ ਬਰਬਾਦ ਕਰਤੇ, 5 ਸਾਲ। ਆਪਣੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ, ਇੱਕੋ ਇੱਕ, ਜਿਹਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ। ਜੇ ਤੁਸੀਂ ਵੋਟ ਨਹੀਂ ਵੀ ਪਾਓਗੇ ਫਿਰ ਵੀ ਤੁਹਾਡੇ ਨਾਲ ਹੀ ਰਹਿਣਾ ਹੈ। ਆਮ ਆਦਮੀ ਪਾਰਟੀ ਵਾਂਗੂ ਨਹੀਂ। 5 ਸਾਲ ਪਹਿਲੇ ਵੋਟਾਂ ਲਿੱਤੀਆਂ ਇਹਨਾਂ ਨੇ ਪੰਜਾਬੀਆਂ ਤੋਂ। 5 ਸਾਲ ਕੇਜਰੀਵਾਲ ਪੰਜਾਬ 'ਚ ਨਹੀਂ ਵੜਿਆ, ਕਿਤੇ ਦਿਖਾਈ ਨਹੀਂ ਦਿੱਤਾ। ਜਦੋਂ ਕਰੋਨਾ ਦੀ ਲੜਾਈ ਸੀ, ਇੱਥੇ ਮੌਤਾਂ ਹੋ ਰਹੀਆਂ ਸੀ, ਜੇ ਕਿਸੇ ਨੇ ਘਰ ਘਰ ਰਾਸ਼ਨ ਵੰਡਿਆ ਤਾਂ ਅਕਾਲੀ ਦਲ ਨੇ ਵੰਡਿਆ। ਜੇ ਲੰਗਰ ਸੇਵਾ ਕੀਤੀ, ਜੇ ਦਵਾਈਆਂ ਦੀ ਸੇਵਾ ਕੀਤੀ, ਜੇ ਹਸਪਤਾਲ ਖੋਲੇ ਤੇ ਅਕਾਲੀ ਦਲ ਨੇ, ਐਸਜੀਪੀਸੀ ਨੇ। ਦਿੱਲੀ ਜਾ ਕੇ ਵੀ ਅਸੀਂ ਸੇਵਾ ਕੀਤੀ, ਕਿਤੇ ਤੁਹਾਡੇ ਦੁੱਖ ਸੁੱਖ ਪੁੱਛਣ ਆਇਆ ਇੱਕ ਵਾਰ ਨਹੀਂ। ਇੱਕ ਦਿਨ ਨਹੀਂ ਆਇਆ। ਘੱਟ ਤੋਂ ਘੱਟ ਕੋਈ ਟਰੱਕ 2 ਦਵਾਈਆਂ ਦੇ ਭੇਜ ਦਿੰਦਾ ਦਿੱਲੀੋਂ, ਮੁੱਖ ਮੰਤਰੀਆਂ ਤੋਂ ਕੋਈ ਰਾਸ਼ਨ ਹੀ ਭੇਜ ਦਿੰਦਾ ਨਾ। ਤੇ ਹੁਣ ਫਿਰ ਤੋਂ ਆ ਗਿਆ। ਜੇ ਤੁਸੀਂ ਵੋਟਾਂ ਨਹੀਂ ਪਾਓਗੇ, ਇਹਨੇ ਦੁਕਾਨ ਬੰਦ ਕਰਕੇ ਰਾਜਸਥਾਨ ਚਲੇ ਜਾਣਾ। ਇਹਦਾ ਕੋਈ ਇੱਥੇ ਦਾ ਕੋਈ ਲਗਾਨ ਨਹੀਂ ਨਾ। ਇਸ ਕਰਕੇ ਅੱਜ ਜਿਹੜਾ ਕਹਿੰਦਾ ਇੱਕ ਮੌਕਾ ਸਾਨੂੰ, ਇਹਦਾ ਮਤਲਬ ਹੈ ਇੱਕ ਮੌਕਾ ਲੈ ਲਿਓ। ਹੁਣ ਡਰਾਮੇ ਕੀ ਕਰਦਾ? ਅਸਲੀ ਮੁੱਖ ਮੰਤਰੀ ਆਪ ਬਣਨਾ ਚਾਹੁੰਦਾ ਹੈ। ਹੁਣ ਹੋਊਗਾ ਕਿ ਜੇ ਇਹਨਾਂ ਨੇ ਹੋਣਾ ਤਾਂ ਹੈ ਨਹੀਂ, 60 ਆ ਜਾਂਦੀਆਂ ਸੀਟਾਂ, ਤੇ ਕੀ ਕਰੂਗਾ? ਕਹੂਗਾ ਜੀ ਹੁਣ ਵੀ ਕੰਧਾਂ ਤੇ ਲਿਖਿਆ, ਪਹਿਲੇ ਲਿਖਿਆ ਸੀ ਕੱਲਾ ਕੇਜਰੀਵਾਲ ਨੂੰ ਮੌਕਾ ਦਿਓ, ਹੁਣ ਲਿਖਤਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੌਕਾ ਦਿਓ। ਆਪਣਾ ਨਾਂ ਹਲੇ ਵੀ ਨਹੀਂ ਕੱਢਿਆ ਨੇ।
ਸੋ ਡੋਰ ਟੂ ਡੋਰ ਕੈਂਪੇਨਿੰਗ ਚੱਲ ਰਹੀ ਹੈ। ਇਲੈਕਸ਼ਨ ਕਮਿਸ਼ਨ ਦੀਆਂ ਆਪਣੀਆਂ ਹਿਦਾਇਤਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਕੈਂਪੇਨਿੰਗ ਨੂੰ ਅੰਜਾਮ ਦੇਣਾ। ਜਦੋਂ 5-5 ਬੰਦਿਆਂ ਦੀ ਗੱਲ ਹੈਗੀ ਸੀ, ਫਿਰ 20 ਕਰ ਦਿੱਤੇ ਗਏ, ਪਰ ਇਹਨਾਂ ਬੰਦਿਆਂ ਦਾ ਇਕੱਠ ਜਿਹੜਾ ਹੈ ਉਹ ਬਥੇਰਾ ਰਹਿੰਦਾ ਹੈਗਾ। ਸੋ ਅਜਿਹੇ ਵਿੱਚ ਲੰਬੀ ਦੀ ਕੈਂਪੇਨਿੰਗ ਤੁਹਾਨੂੰ ਦਿਖਾਉਂਦੇ ਆ, ਦੇਖਦੇ ਆ ਕਿਸ ਤਰ੍ਹਾਂ ਚੱਲ ਰਹੀ ਹੈ ਡੋਰ ਟੂ ਡੋਰ ਕੈਂਪੇਨਿੰਗ। ਜਿਹੜੇ ਲੋਕ ਘਰ ਵਿੱਚ ਬੈਠੇ ਹੋਏ ਨੇ, ਦੂਰ ਬੈਠੇ ਹੋਏ ਨੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਨਾਲ ਇਹ ਕੈਂਪੇਨਿੰਗ ਜਿਹੜੀ ਹੈ ਉਹ ਚੱਲਦੀ ਹੈਗੀ ਆ, ਡੋਰ ਟੂ ਡੋਰ ਕੈਂਪੇਨਿੰਗ ਕਿਸ ਤਰ੍ਹਾਂ ਘਰ ਜਾਂਦੇ ਆ, ਹੱਥ ਜੋੜ ਕੇ ਜਾਂਦੇ ਆ, ਸਤਿ ਸ਼੍ਰੀ ਅਕਾਲ ਕਰਦੇ ਆ, ਚਾਹ ਪਾਣੀ ਪੀਂਦੇ ਆ, ਉਸ ਤੋਂ ਬਾਅਦ ਕੀ ਕੁਝ ਹੁੰਦਾ ਹੈਗਾ, ਆ ਡੋਰ ਟੂ ਡੋਰ ਕੈਂਪੇਨਿੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਦੇ। ਸਾਡਾ ਮੰਨਣਾ, ਸਾਰਾ ਪਿੰਡ ਖੜਾ ਸਾਡਾ, ਜਿਹਨੂੰ ਮਰਜ਼ੀ ਪੁੱਛ ਲਓ ਤੁਸੀਂ, ਚਾਹੇ ਕਿੱਲਿਆਂ ਵਾਲੀ ਪਿੰਡ 'ਚ ਮੋਦੀ ਸਾਹਿਬ ਨੂੰ ਲੈ ਆਓ, ਚਾਹੇ ਜਿਹਨੂੰ ਮਰਜ਼ੀ ਲੈ ਆਓ, ਉਹਨੂੰ ਕੋਈ ਜਿੱਤ ਕੇ ਵਗ ਜੇ, ਇੱਥੇ ਅਸੀਂ ਲੱਤ ਥੱਲੋਂ ਹੀ ਟੱਪ ਜਾਣਾ। ਇੱਥੇ ਇੱਕੋ ਹੀ ਬਾਪੂ ਜਿੱਤੂਗਾ ਸਾਡਾ, ਉਹ ਬਾਦਲ ਬਾਪੂ ਹੈ। ਉਹਦਾ ਵਿਕਾਸ ਤੁਸੀਂ ਆ ਦੇਖ ਰਹੇ ਹੋ ਵੀ ਕਿਵੇਂ ਹੋ। ਸਾਡੇ ਬੱਚੇ ਬਾਹਰ ਰਹਿੰਦੇ ਆ, ਬਾਹਰ ਨਾਲੋਂ ਵਧੀਆ ਜੋ ਅਕਾਲੀ ਦਲ ਕਹਿੰਦਾ ਉਹ ਕਰਦਾ ਜੀ। ਬਾਕੀ ਸੁਖਬੀਰ ਜੀ ਤਾਂ ਉਦੋਂ ਵੀ ਫਿਰ ਮੁੱਖ ਮੰਤਰੀ ਆਉਣ ਵਾਲੇ ਆ, ਉਹ ਉਦੋਂ ਵੀ 10 ਗੁਣਾ ਉੱਤੇ ਹੈ। ਫਿਰ ਸਾਨੂੰ ਤਾਂ ਚਿੰਤਾ ਕੋਈ ਹੈ ਹੀ ਨਹੀਂ, ਕੰਮ ਤਾਂ ਕੋਈ ਹੈ ਹੀ ਨਹੀਂ ਜੀ, ਆਪੇ ਹੀ ਕਰੀ ਜਾਂਦੇ। ਸਾਨੂੰ ਦੱਸਣ ਨੂੰ ਤਾਂ ਕੁਝ ਹੈ ਹੀ ਨਹੀਂ ਵੀ ਆਹ ਕਰ ਦਿਓ ਜੀ, ਆਹ ਕਰ ਦਿਓ, ਸਾਰੇ ਮੁਕੰਮਲ ਕਰਦੇ ਜੀ। ਇੱਕ ਇੱਕ ਬੰਦੇ ਦਾ ਨਾਂ ਜਾਣਦੇ ਆ। ਤੁਸੀਂ ਦੂਜੇ ਲੀਡਰਾਂ ਨੂੰ ਲੈ ਆਓ, ਇੰਨੇ ਬੰਦੇ ਖੜੇ ਆ, ਚਾਰਾਂ ਦਾ ਨਾਂ ਲੈ ਲੈਣ। ਸਾਡੇ ਬਾਪੂ ਨੂੰ ਸੱਦ ਲਓ, ਇੱਕ ਇੱਕ ਬੰਦੇ ਮੁੰਡੇ ਦਾ ਨਾਂ ਲੈ ਦੂਗਾ, ਉਹ ਵੀ ਆ ਫਲਾਨਾ। ਤੁਸੀਂ ਤਾਂ ਹੁਣ ਰੋਜ਼ ਹੀ ਸਾਰੇ ਹਲਕੇ ਨੂੰ ਕਵਰ ਕਰ ਰਹੇ ਹੋ ਤੇ ਦੇਖ ਰਹੇ ਹੋ ਵੀ ਦਿਨੋਂ ਦਿਨ ਇੰਨੀ ਉਤਸ਼ਾਹ ਹੋ ਗਿਆ ਹੈਗਾ ਸਾਡੀ ਵੋਟਰਾਂ 'ਚ ਤੇ ਸਾਡੇ ਵਰਕਰਾਂ 'ਚ ਵੀ, ਜਿਵੇਂ ਮੈਂ ਪਿਛਲੇ ਵਾਰੀ ਵੀ ਕਿਹਾ ਸੀਗਾ ਵੀ ਐਤਕੀ ਅਸੀਂ 40-50 ਹਜ਼ਾਰ ਵੋਟ ਵਧਾ ਕੇ ਬਾਦਲ ਸਾਹਿਬ ਨੂੰ ਲੰਮੀ ਤੋਂ ਰਿਕਾਰਡ ਤੋੜਨਾ ਹੈ। ਕਿਉਂਕਿ ਜੋ ਬਾਦਲ ਸਾਹਿਬ ਨੇ ਕੀਤਾ ਹੈ ਆਪਣੇ ਵਾਸਤੇ, ਉਹ ਤੁਹਾਡੇ ਸਾਹਮਣੇ ਹੀ ਆ। ਗਲੀ ਦੇਖ ਲਓ, ਇਹੋ ਜਿਹੀ ਗਲੀ ਮੇਰਾ ਖਿਆਲ ਕੈਲੀਫੋਰਨੀਆ 'ਚ ਵੀ ਨਹੀਂ ਹੋਣੀ। ਮੈਂ ਉੱਥੇ ਵੀ ਰਿਹਾ ਹੈਗਾ, ਬਿੱਟੂ ਸਾਹਿਬ ਦੇ ਬੱਚੇ ਉੱਥੇ ਹੈ। ਇਹੋ ਜਿਹੀਆਂ ਗਲੀਆਂ ਕੈਨੇਡਾ 'ਚ ਵੀ ਹੈ ਨਹੀਂ ਗੀਆਂ, ਛੋਟੇ ਛੋਟੇ ਜਿਵੇਂ ਪਿੰਡਾਂ 'ਚ। ਸੋ ਇੰਨਾ ਕੁਛ ਕੀਤਾ ਜਿਹੜਾ ਬਾਦਲ ਸਾਹਿਬ ਨੇ ਆਪਦੀ ਸਿਆਸੀ ਜ਼ਿੰਦਗੀ 'ਚ 75 ਸਾਲਾਂ 'ਚ ਉਹਨਾਂ ਨੇ ਆਪਦੀ ਜ਼ਿੰਦਗੀ ਦਾ ਜਿਹੜਾ ਯੂਥ ਕਰ ਲਓ ਜਾਂ ਹੁਣ ਤਾਈਂ ਉਹਨਾਂ ਨੇ ਹਲਕੇ ਦਾ, ਕੌਮ ਦਾ, ਇਲਾਕੇ ਦਾ, ਪੰਜਾਬ ਦਾ ਉਹਨਾਂ ਨੇ ਵਿਕਾਸ ਕੀਤਾ। ਤੇ ਹੁਣ ਵੀ ਅਸੀਂ ਪ੍ਰੋਮਿਸ ਕਰਦੇ ਹਾਂ ਵੀ ਜਦੋਂ ਬਾਦਲ ਸਾਹਿਬ ਦੀ ਦੁਬਾਰਾ ਸਰਕਾਰ ਬਣੀ ਆਪਣੀ, ਹੁਣ 10 ਮਾਰਚ ਨੂੰ ਆਪਣੀ ਸਰਕਾਰ 13 ਨੂੰ ਮੜ ਜੂਗੀ, 10 ਨੂੰ ਕਾਊਂਟਿੰਗ ਹੈ, 13 ਤੇ ਬਣਾਉਣੀ ਹੈ। ਉਦੋਂ ਜਿਹੜੇ ਵੀ ਕੋਈ ਹੋਰ ਕੰਮ ਕੋਈ ਰੁਕੇ ਹੋਣਗੇ ਉਹਨਾਂ ਨੂੰ ਵੀ ਅਸੀਂ ਪੂਰਾ ਕਰਾਂਗੇ। ਕਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹੈਗੇ ਆ ਕਿ ਅੱਜ ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਜਾ ਰਿਹਾ, ਕਦੋਂ ਸ਼ੁਰੂ ਕਰਦੇ ਹੋ, ਸਵੇਰ ਤੋਂ ਤੇ ਕਦੋਂ ਤੱਕ ਚੱਲਦਾ? ਦੇਖੋ ਮੈਂ ਤਾਂ ਸਵੇਰ ਤੋਂ ਜੀ ਇਹਨਾਂ ਨੂੰ ਪੁੱਛ ਲਓ ਕਿੰਨੇ ਵਜੇ ਪਹੁੰਚ ਗਿਆ ਸੀ। 8 ਵਜੇ ਅਸੀਂ ਸ਼ੁਰੂ ਕਰ ਦਿੰਦੇ ਹਾਂ ਤੇ ਰਾਤ ਦੇ 8 ਵਜੇ ਤਾਈਂ ਅਸੀਂ ਪ੍ਰਚਾਰ ਕਰਦੇ ਹਾਂ। ਹੁਣ ਬਾਦਲ ਸਾਹਿਬ ਵੀ ਆ ਗਏ ਹੈਗੇ। ਸੋ ਕੀ ਕਰ ਰਹੇ ਨੇ ਸੀਐਮ ਚੰਨੀ? ਕਦੀ ਰਾਤ ਨੂੰ ਚਾਹ ਪੀਂਦੇ ਨੇ, ਕਦੀ ਤਾਸ਼ ਕੁੱਟਦੇ ਨੇ, ਕਦੀ ਕ੍ਰਿਕਟ ਖੇਡਦੇ ਨੇ। ਸੋ ਇਹ ਚੋਣ ਦਾ ਮੌਸਮ ਹੈ ਤੇ ਚੋਣ ਦੇ ਮੌਸਮ 'ਚ ਸਾਰੇ ਜਲਵੇ ਦਿਖਾਏ ਜਾ ਰਹੇ ਨੇ। ਸੋ ਬਲਵਾਣਾ ਪਹੁੰਚੇ ਹੋਏ ਨੇ ਸੁਨੀਲ ਜਾਖੜ, ਜਿਨ੍ਹਾਂ ਨੇ ਐਕਟਿਵ ਪੋਲਿਟਿਕਸ ਤੋਂ ਕਿਨਾਰਾ ਕਰਨ ਦੀ ਗੱਲ ਕੀਤੀ ਸੀਗੀ। ਉਹ ਕੀ ਕਹਿ ਰਹੇ ਨੇ ਉਹ ਵੀ ਸੁਣਾਂਗੇ, ਸੀਐਮ ਚੰਨੀ ਕੀ ਕਹਿ ਰਹੇ ਨੇ ਉਹ ਵੀ ਸੁਣਾਂਗੇ। ਸੋ ਕਾਂਗਰਸ ਦੀ ਇਸ ਰੈਲੀ ਦੇ ਵਿੱਚ ਕੀ ਕੁਝ ਚੱਲਿਆ ਇਹ ਜਾਣਨ ਦੀ ਬਹੁਤ ਲੋੜ ਹੈ। कांग्रेस पार्टी ने बहुत काम करता, लोग भगते ने सब जी पेंशन बढ़ाई है, 1500 रुपये तुसी कीती है। लोग साडे च 100 नुक्स होना है। इस पिछड़े इलाके में कह देंगे अबोर फाजिल का बलवाना पिछड़ा है, पर असली आसान खामोश है। सानू काम की कदर आती है। इन्होंने ना तो 1500 रुपये पेंशन से भरने, ना इन्होंने 5-5 लाख रुपया जी इन्होंने मैडिकल इंश्योरेंस कराया, इलाज 5 लाख का मुफ्त करने वाला जो किया कांग्रेस पार्टी ने, ना इन्होंने आप भरना, ना इन्होंने जी सड़क स्कीम 51,000 की, ना इन्होंने आप भरना, ना ही इन्होंने स्कूल जो गुहार बदली है पंजाब के स्कूलों की, ना इन्होंने आप भरना, ना इन्होंने जो कर्जा माफ होया। हो सकता बड़े हूँ रहे नहीं अपना अकाल चलाना करके जथेदार सीए जिसे चला पता है 1 करोड़ रुपया कर्जा सी। मैं उदों भी कहा सी 80 करोड़ रुपया का कर्जा साहब मनु भाई आज नहीं माफ कर रहे, पर गरीब आदमी का कर्जा माफ है साहब। हरेक बच्चे लाखों रुपये का कर्जा माफ है, हरेक बच्चे अभी रिश्ते के आए जिससे बच्चे मेरे छोटे कर्जा माफ है। ये 1 करोड़ ना फड़ी 26 लाख ਦੇ ਤਾਂ ਬਿਜਲੀ ਦੇ ਬਿੱਲ ਮਾਫ ਕੀਤੇ, ਤੁਸੀਂ 26 ਲੱਖ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਨਹੀਂ ਬੋਲਦੇ। ਪਰ ਸਾਡੀ ਆਹ ਤੁਸੀਂ ਸਾਡੇ ਜਿਹੜਾ ਪਿਛੜਾ ਵਰਗ ਹੈ, ਗਰੀਬ ਵਰਗ ਹੈ, ਉਹਨਾਂ ਦੀ ਸੁਣ ਲਈ ਤੁਸੀਂ। ਪਰ ਜਿਹੜਾ ਸਾਡਾ ਜਿਹੜਾ ਇੱਥੇ ਜਿਸ ਲੰਬੇ ਸਾਡਾ ਇਲਾਕਾ ਪਛਾਣ ਬਣਦੀ ਹੈ, ਅੱਜ ਕਿਲੋ ਵਿਕਦੇ ਹੈ, ਨਰਮਾ ਵਿਕਦਾ ਹੈ, ਝੋਨਾ ਦਾ ਸਾਡੇ ਐਗਰੀਕਲਚਰ ਨੂੰ ਪਾਣੀ
ਪਾਣੀ ਸਾਡਾ ਸਭ ਤੋਂ ਵੱਡਾ ਮਸਲਾ ਪਾਣੀ ਹੈ। ਅਸੀਂ ਪਾਣੀ ਵਾਸਤੇ ਲੜੀ ਜਾਂਦੇ ਆ, ਪੁੱਛ ਕੇ ਲੜੀ ਜਾਂਦੇ ਆ। ਕੋਈ ਸਾਡੇ ਤੇ ਕਹਿ ਦਿੰਦਾ ਜੀ ਉਹ ਵਾਲੇ ਲੈ ਗਏ, ਅਸੀਂ ਕਹਿੰਦੇ ਨੇ ਫਲਾਣਾ ਲੈ ਗਿਆ, ਕਦੇ ਬੱਲੂ ਵਾਲੇ ਅਜੇ ਵੀ ਇੱਥੇ ਪਿੰਡ ਪਏ ਸਭ ਕਿਤੇ ਜੇ ਇੱਕ ਹਫ਼ਤਾ ਬੰਦੀ ਹੋ ਜੇ ਇਹਨੂੰ ਪਾਣੀ ਨਹੀਂ। ਸਾਡੇ ਪਾਣੀ ਹੈ ਖਾਰਾ, ਪਤਾ ਨਹੀਂ ਕਿਵੇਂ ਅਸੀਂ ਇਹਨੂੰ ਲਾਈ ਬੈਠੇ ਆ, ਚੱਲੀ ਜਾਂਦਾ ਕੰਮ, ਅਸੀਂ ਥੱਕੀ ਜਾਂਦੇ ਆ। ਪਾਣੀ ਬਾਕੀ ਗੱਲਾਂ ਤੁਹਾਨੂੰ ਸਾਰੀਆਂ ਦੱਸ ਦੇਗੇ। ਆਮ ਔਰਤ ਨੂੰ ਟਿਕਟ ਦਿੱਤਾ ਹੈ। ਆਮ ਆਦਮੀ ਪਾਰਟੀ ਵਾਲੇ ਬੜਾ ਰੌਲਾ ਪਾਉਂਦੇ ਸਾਡੀ ਆਮ ਆਦਮੀ ਦੀ ਪਾਰਟੀ ਹੈ। ਇੱਕ ਗਰੀਬ ਧਰਮ ਪ੍ਰਚਾਰਕ ਰਾਗੀ ਦੀ ਕੁੜੀ ਜਿਹੜੀ ਪੜ੍ਹ ਲਿਖ ਕੇ ਲੈਕਚਰਰ ਬਣੀ, ਉਹਦੇ ਨਾਲੋਂ ਜ਼ਿਆਦਾ ਆਮ ਆਦਮੀ ਪੰਜਾਬ ਦੇ ਵਿੱਚ ਕੌਣ ਹੋ ਸਕਦਾ? और जी आम आदमी पार्टी वाले ये कहते जी असं बड़े क्रांतिकारी हैं, ऐसी बदलाव लेके आना है। बदलाव किस तरह आना है? आम आदमी पार्टी के जितने कैंडिडेट 117 उन्होंने अद्धे वो कैंडिडेट है जिन्होंने किसी ने कांग्रेस को प्रोजेक्ट कराया, किसी ने अकालियां ने रिजेक्ट कराया, किसी ने और पार्टियां ने रिजेक्ट कराया। साढ़े जो निकले भी या कहने भी लोगों ने रिजेक्ट करे बंदे इन्होंने कैंडिडेट बना ले। 50 तो ज़्यादा कैंडिडेट इन्होंने वो है कि कह रहे हैं कि असी क्रांति लेके आनी, बदलाव लेके आना। इन्होंने बंदे का बदलाव लेके आना है जेडे लोगों ने पहले रिजेक्ट करे हुए पार्टियां ने जिन्होंने टिकट नहीं दी। इतने थोड़ी कौन खड़ा बोर्डी मुसाफर का पता नहीं बनता सी। देखो जब तक कांग्रेसी होंगे या खाली होंगे, जब तक कहते हैं आम आदमी ही बड़ा माड़ा है, करप्ट बंदे। जब वो आम आदमी पार्टी ज्वाइन कर लेते इन्हों की टिकट मिल जाती है, फिर एक जादू की छड़ी घुमाते हैं दुकान केजरीवाल के ऊपर वो जदे दुखता हो जाता है, फिर वो चंगा बन जाता है, फिर वो क्रांतिकारी बन जाते हैं। ये सोच है, कोई बदलाव नहीं आना, कोई क्रांतिकारी सोच नहीं ना दी। एक लुटेरे बंदियां का समूह इकट्ठा होया जिहदे राही केजरीवाल वर्गे बाहर दे दिल्ली के मुख्यमंत्री पंजाब को लुटना चाहते। इसलिए मैं बेनती करना चाहता कि सानू इन्हां तो सुचेत रहने की लोड़ है। ये जिहड़ा एरिया है इस जाखड़ परिवार ने बहुत ही मेहनत लगन के नाल उपर चुकिया है। बड़े लंबे समय तो जाखड़ परिवार ने इस एरिया की सेवा की, हालांकि पूरे हिंदुस्तान में इन्हां दा नाम है। चले जाओ जाखड़ साहब हर कोई जान गए, लेकिन खास तौर पर थोड़ा एरिया जिले में रह के इन्होंने एक बंदे को जानते हैं, एक बंदे की सेवा की है कि इस एरिया ऊपर चुके हैं। आज इन्होंने पानी की गल की है, मैं थोड़ा बेनती करना चाहता करना करवाना तो सारा कुछ जाखड़ साहब नहीं है, लेकिन मैं थोड़े कागज पर साइन करके दे रहे हैं जो तुम करोगे उस तरह करना। ਉਧਰ ਕੈਪਟਨ ਅਮਰਿੰਦਰ ਸਿੰਘ ਕਿੱਥੇ ਆਏ ਨੇ, ਕਿਸ ਨੂੰ ਕਰ ਰਹੇ ਨੇ ਸਪੋਰਟ, ਕੈਪਟਨ ਅਮਰਿੰਦਰ ਸਿੰਘ ਨੂੰ ਕਿਸ ਤਰ੍ਹਾਂ ਨਾਲ ਯਾਦ ਆ ਗਿਆ ਆਪਣਾ ਵਕਤ, ਕਿਸ ਤਰ੍ਹਾਂ ਦੇ ਨਾਲ ਵਿਰੋਧੀਆਂ ਤੇ ਕਰ ਰਹੇ ਨੇ ਵਾਰ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮੁੱਖ ਮੰਤਰੀ, ਇਹ ਸਾਰੀਆਂ ਗੱਲਾਂ ਉਹਨਾਂ ਨੇ ਸਟੇਜ ਤੋਂ ਕਹੀਆਂ ਨੇ। ਸੋ किस तरह के नाल एक बारी फिर तो धुरों निकल के आ रहे ने, किस तरह का समर्थन मिलेगा, किस तरह के नाल लोग जिहड़े ने उन्हां नाल जुटे हुए ने या नहीं जुटे हुए। कदी कदी इकट्ठ देख के समझ आउंदा हैगा, पर फिर कहंदे आ भी जिहड़ा इकट्ठ है वो खरीदे भी जाते हैगे इकट्ठ, है ना। पर अजिहे विच अज दी तरीक दे विच अपने आप नूं
ਐਕਟਿਵ ਪੋਲਿਟਿਕਸ 'ਚ ਰੱਖਣਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਇੱਕ ਚੈਲੰਜ ਜ਼ਰੂਰ ਹੈਗਾ, ਪਰ ਕਹਿੰਦੇ ਆ ਵੀ ਹਾਰ ਜਿਹੜੀ ਆ ਨਹੀਂ ਮੰਨੀ ਹੈਗੀ। ਸੋ ਕਿਤੇ ਨਾ ਕਿਤੇ ਤੇ ਉਹਨਾਂ ਨੂੰ ਪਤਾ ਹੈਗਾ ਕਿ ਜਿੱਤ ਕਿੰਨੀ ਤੇ ਹਾਰ ਕਿੰਨੀ, ਪਰ ਕਿਤੇ ਨਾ ਕਿਤੇ ਸੰਨ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਹੈਗੀ ਹੈ। ਕੀ ਕੁਝ ਕਹਿ ਗਏ ਅੱਜ ਕੈਪਟਨ ਅਮਰਿੰਦਰ ਸਿੰਘ, ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਮੈਨੂੰ ਆਪਣੇ ਦਿਨ ਯਾਦ ਆ ਗਏ ਜਦੋਂ ਮੈਂ ਇੱਥੋਂ ਹੀ ਡਕਾਲੇ ਤੋਂ ਲੜਿਆ ਸੀ। ਉਦੋਂ ਇਹ ਡਕਾਲੇ ਦਾ ਹਿੱਸਾ, ਉਹਨੂੰ ਡਕਾਲਾ ਕਹਿੰਦੇ ਸੀ। ਉਦੋਂ ਮੇਰੇ ਪਿਤਾ ਜੀ ਅਸਲ 'ਚ ਮੇਰੇ ਤੋਂ ਪਹਿਲਾਂ ਲੜੇ ਸੀ 67 'ਚ, ਔਰ ਉਦੋਂ ਉਸ ਤੋਂ ਬਾਅਦ ਮੇਰੀ ਵਾਰੀ ਆਈ ਤੇ ਜਿਸ ਤਰੀਕੇ ਨਾਲ ਨਿੱਕੂ ਬੋਲਿਆ ਨਾ, ਇਹ ਲੱਗਦਾ ਸੀ ਮੈਨੂੰ ਕਿ ਇਹ ਤਾਂ ਬੜਾ ਬਹੁਤ ਇਹਨੂੰ ਤਜਰਬਾ ਹੈ ਬੋਲਣ ਦਾ, ਔਰ ਪਹਿਲੀ ਇਲੈਕਸ਼ਨ ਲੜ ਰਿਹਾ। ਸਾਥੋਂ ਨਹੀਂ ਇਹ ਬੋਲ ਨਿਕਲਦੇ ਸੀ। ਉਦੋਂ ਅਸੀਂ ਆਪਣੀ ਡਿਊਟੀ ਕਰਕੇ ਚਲੇ ਜਾਂਦੇ ਸੀ, ਪਰ ਇਹ ਸ਼ੇਰ ਨਿਕਲਿਆ, ਮੇਰੇ ਤੋਂ ਵੀ ਚੰਗਾ ਬੋਲਦਾ ਸੀ। ਉਦੋਂ ਡਕਾਲਾ ਇੱਕ ਹੁੰਦਾ ਸੀ, ਇਸ ਨੂੰ ਡਕਾਲਾ ਕਹਿੰਦੇ ਸੀ, ਸਨੌਰ ਦੇਵੀਗੜ੍ਹ ਤੱਕ, ਔਰ ਇੱਧਰਲੇ ਪਾਸੇ ਅਸੀਂ ਜਾਂਦੇ ਸੀ ਸ਼ਤਰਾਣੇ ਤੱਕ, ਸਮਾਣਾ ਵੀ ਵਿੱਚ ਹੀ ਡਕਾਲੇ ਦੇ, ਔਰ ਇੱਧਰ ਪਟਿਆਲੇ ਸ਼ਹਿਰ ਦਾ ਗੁੜ ਮੰਡੀ ਵੀ ਇਹਦੇ ਵਿੱਚ ਹੀ। ਔਰ ਇਹ ਮੈਂ ਬੈਠਾ ਇਹ ਸੋਚ ਰਿਹਾ ਸੀ ਕਿ ਦੇਖੋ ਜਿਸ ਤਰੀਕੇ ਨਾਲ ਆਬਾਦੀ ਵੱਧ ਰਹੀ ਹੈ ਸਾਡੇ ਦੇਸ਼ ਦੀ, ਹੁਣ ਸਨੌਰ ਔਰ ਪਟਿਆਲੇ ਦਾ ਕੋਈ ਫਰਕ ਨਹੀਂ। ਅੱਜ ਮੈਂ ਹੁਣੀ ਆਇਆ, ਤਕਰੀਬਨ ਸਾਰੇ ਜੁੜਦੇ ਜਾ ਰਹੇ ਨੇ, ਔਰ ਆਬਾਦੀ ਦੇ ਵਾਸਤੇ ਸਾਨੂੰ ਹਰ ਵੇਲੇ ਸਾਡਾ ਧਿਆਨ ਰੱਖਣਾ ਸਾਨੂੰ ਪਏਗਾ ਕਿ ਸਾਡੇ ਪੰਜਾਬ ਦਾ ਕੀ ਬਣਨਾ ਹੈ, ਔਰ ਕੈਸੇ ਆਪਾਂ ਅੱਗੇ ਆਉਣ ਵਾਲੀ ਪੀੜ੍ਹੀ ਦਾ ਕੀ ਪ੍ਰਬੰਧ ਅਸੀਂ ਕਰਨਾ ਹੈ। ਅਗਰ ਕੋਈ ਸੋਚੇ ਕਿ ਮੈਂ ਇੱਥੇ ਹਕੂਮਤ ਚਲਾ ਲੂੰਗਾ ਬਗੈਰ ਸੈਂਟਰ ਦੀ ਸਰਕਾਰ ਦੇ, ਇਹ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋ ਸਕਦੀ ਗੱਲ। ਮੈਂ ਤਾਂ ਰਿਹਾ 2 ਵਾਰ ਮੁੱਖ ਮੰਤਰੀ, 9.5 ਸਾਲ ਮੁੱਖ ਮੰਤਰੀ ਰਿਹਾ। ਹਰ ਚੀਜ਼ ਤੁਹਾਨੂੰ ਜਾ ਕੇ ਦਿੱਲੀ ਤੋਂ ਪ੍ਰਬੰਧ ਕਰਾਉਣਾ ਪੈਂਦਾ ਸੀ। ਅੱਜ ਹਾਲਾਤ ਜਿਹੜੇ ਬਣੇ ਨੇ, ਸਾਡੇ ਕੋਲ ਕੋਈ ਪੈਸਾ ਨਹੀਂ, ਖਾਲੀ ਪਿਆ ਹੈ ਸਾਡਾ ਖਜ਼ਾਨਾ, ਔਰ ਅਗਰ ਅਸੀਂ ਸੈਂਟਰ ਦੀ ਸਰਕਾਰ ਦੇ ਨਾਲ ਨਾ ਹੋਈਏ ਫਿਰ ਅਸੀਂ ਦੱਸੋ ਜਿਹੜੇ ਆਪਾਂ ਨੇ ਸਕੀਮਾਂ ਮੈਂ ਕਰ ਰਿਹਾ ਤੁਹਾਨੂੰ, ਹਸਪਤਾਲ ਬਣਾਉਣੇ ਨੇ, ਕਾਲਜ ਬਣਾਉਣੇ ਨੇ, ਸਕੂਲ ਬਣਾਉਣੇ ਨੇ, ਹੋਰ ਕਾਨੂੰਨ ਬਣਾਉਣੇ ਨੇ, ਸੜਕਾਂ ਬਣਾਉਣੀਆਂ ਨੇ, ਪਾਣੀ ਦਾ ਪ੍ਰਬੰਧ ਕਰਨਾ ਹੈ, ਕਿੱਥੋਂ ਹੋਊਗਾ? ਤਾਂ ਹੀ ਜਦੋਂ ਮੈਂ ਕਾਂਗਰਸ ਛੱਡੀ ਸਤੰਬਰ ਦੇ ਵਿੱਚ, ਮੈਨੇ ਉਦੋਂ ਪਾਰਟੀ ਆਪਣੀ ਬਣਾਈ ਜਿਹੜੀ ਆਪਾਂ ਲੜ ਰਹੇ ਹਾਂ ਅੱਜ, ਔਰ ਮੈਂ ਗਿਆ ਆਪ ਅਮਿਤ ਸ਼ਾਹ ਜੀ ਦੇ ਕੋਲ, ਔਰ ਉਹਨਾਂ ਨੂੰ ਕਿਹਾ ਕਿ ਅਸੀਂ ਪਾਰਟੀ ਬਣਾ ਰਹੇ ਹਾਂ, ਅਸੀਂ ਤੁਹਾਡੇ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਹਾਂ। कहते पक्की गल? मैं क्या पक्की गल? कहते मुझे बहुत खुशी है, मैं प्राइम मिनिस्टर साहब से बात कर लूँ? मैं क्या कर लो। फिर उन्होंने क्या शाम को मैंने टेलीफोन किया कि प्रधानमंत्री जी को 11 बजे आप टेलीफोन कर लेना। मैं कर लूँगा। 6:30 बजे सवेरे प्राइम मिनिस्टर का अपना टेलीफोन आ गया मैनू, उन्होंने इन्ना उन्होंने खुशी सी, और मैनू कहते कि कैप्टन साहब आज मैं बहुत खुश हूँ, ये जो आपने ये बात कही है, मैं बिल्कुल हम एक साथ चलेंगे और पंजाब का हम भविष्य देखेंगे। देखो ये गल्लां हुंदियां ने, हुण जदों इस जिहड़ी हुकूमत चल रही है साडे मोदी साहब दी, 2 साल इस हुकूमत पै गए रह गए ने, उस तो बाद 5 साल इन्हां दी होर होएगी, 7 साल मैं तुहानूं गारंटी करदा बीजेपी दी हुकूमत होनी है। और अगर असीं उन्हां दे नाल है फिर असीं उन्हां तो जिहड़े कुछ पंजाब वास्ते असीं लेना चाहुंदे असीं लैके आवांगे, और देणगे, खुशी नाल देणगे। आ मैनीफेस्टो भी जिहड़ी हुण बन रही है और लोगों के सामने आऊ, उहदे विच लिख रहे कि की उहदे विच असीं कराउणा चाहुंदे हां रल के सारे बीजेपी असीं ढींडसा साहब रल के अपने पंजाब वास्ते असीं की चाहुंदे हां। तो मेरे वीरों और भैणों, अज समय बहुत घट रह गया, हफ्ता ही रह गया हुण चोणां च। इत्थों मैं जाना है बनूड़, बनूड़ तो मैं जाना है डेराबस्सी, तो 8 बजे ताईं तो कहते हैं सब कुछ बंद हो जाता है, तो मैं ज़्यादा देर उरे नहीं ला सकता। इन्ना ही आया है कि मेरे बेटे वास्ते इनू बेनती करन लाई कि इसनू सारे बंदे, हर असी सारे जिहड़े सियासतदान खड़े हैं, कदे ना कदे असी शुरू किया अपना काम, ये काम कर रहे हैं शुरू, और तुसी करो इन्हां दे नाल, जुड़ो नाल, प्यार दिओ इन्हां नू, मजबूती नाल इन्हां नू अगे लैके जाओ, ताकि सदा वास्ते अपनी इत्थे सेवा करते रहें। बहुत शुक्रिया, धन्यवाद, वाहिगुरू जी का खालसा।
ਉਧਰ ਭਾਜਪਾ ਵਿੱਚ ਦ ਗ੍ਰੇਟ ਖਲੀ ਸ਼ਾਮਲ ਹੋ ਗਏ ਨੇ। ਦ ਗ੍ਰੇਟ ਖਲੀ ਦੀ ਸ਼ਮੂਲੀਅਤ ਜਿਹੜੀ ਹੈ ਉਸਨੇ ਇੱਕ ਵਾਰੀ ਫਿਰ ਤੋਂ ਚਰਚਾਵਾਂ ਛੇੜ ਦਿੱਤੀਆਂ ਨੇ, ਕਿਉਂਕਿ ਭਾਜਪਾ ਅਕਸਰ ਇਲੈਕਸ਼ਨਸ ਦੇ ਵਿੱਚ ਆਪਣਾ ਚੋਣ ਪ੍ਰਚਾਰ ਜਿਹੜਾ ਹੈ ਉਸ ਦੇ ਵਿੱਚ ਸਟਾਰਡਮ ਪਾਉਣਾ ਨਹੀਂ ਭੁੱਲਦੀ ਹੈਗੀ। ਭਾਜਪਾ ਜਦੋਂ ਸਟਾਰਡਮ ਪਾਉਂਦੀ ਆ ਤੇ ਬੜੇ ਹੀ ਵੱਖਰੇ ਤਰੀਕੇ ਦੇ ਲੋਕ ਜਿਹੜੇ ਨੇ ਉਸ ਚੋਂ ਨਿਕਲ ਕੇ ਸਾਹਮਣੇ ਆਉਂਦੇ ਨੇ, ਜਿਨ੍ਹਾਂ ਨੂੰ ਲੋਕ ਦੇਖਣਾ ਪਸੰਦ ਕਰਦੇ ਨੇ, ਜਿਨ੍ਹਾਂ ਨਾਲ ਲੋਕ ਸੈਲਫੀਆਂ ਖਿਚਾਉਣਾ ਪਸੰਦ ਕਰਦੇ ਨੇ। ਸੋ ਭਾਜਪਾ ਦਾ ਜਿਹੜਾ ਸ਼ੁਰੂ ਤੋਂ ਇਹ ਸਟਾਰਡਮ ਵਾਲਾ ਪ੍ਰਚਾਰ ਹੈ ਇਸ ਸੁਰਖੀਆਂ ਦੇ ਵਿੱਚ ਰਿਹਾ ਹੈਗਾ। ਸੋ ਇੱਥੇ ਤਾਂ ਪ੍ਰਚਾਰ ਦੀ ਗੱਲ ਨਹੀਂ, ਪ੍ਰਚਾਰ ਖਲੀ ਜਿਹੜੇ ਨੇ ਉਹ ਪਹਿਲਾਂ ਵੀ ਕਰਦੇ ਰਹੇ ਨੇ ਭਾਜਪਾ ਦੇ ਲਈ, ਪਰ ਅੱਜ ਕਹਿ ਰਹੇ ਨੇ ਮੈਂ ਖੁਸ਼ ਹਾਂ, ਭਾਜਪਾ ਦੇ ਵਿੱਚ ਆ ਗਿਆ ਹਾਂ। बहुत अच्छा लगा है आज मैं भारतीय जनता पार्टी ज्वाइन करा है। और जैसे हमारे मंत्री जी ने बोला है कि भाई आपने रेसलिंग करी है, और मैंने बिल्कुल पूरे वर्ल्ड वाइज पे रेसलिंग करी है। ऐसी शायद ही कोई कंट्री होगी जहाँ पर मैंने रेसलिंग ना करी होगी और कहीं किया नहीं होगा। सो मैं छोटी बात करता हूँ, मैं लंबी चौड़ी बात नहीं अभी करूँगा क्योंकि आज मेरा फर्स्ट डे है। सो आई वॉन्ट कि भी जो अगर मैं कोई नाम, कोई ऐसा कोई धन दौलत पैसा, तो मैं WWE पे और अमेरिका पे रहता, मैं वहीं पर था मैं और वहीं रहता मैं। यहाँ पर मेरे ना भारत के प्रति मतलब एक प्यार और एक जो हमारे माननीय प्रधानमंत्री जी जो उन्होंने काम किया है देश के लिए, सो उसको देख के कि भी मतलब सही प्रधानमंत्री हमारे देश को मिला है, और क्यों नहीं मैं भी वापस जाऊं और अपने हिंदुस्तान में और उनके साथ मतलब उनका एक हिस्सा बनूं कहीं ना कहीं, ताकि मतलब हमारा देश और तरक्की कर सके। मतलब सो उनके मैं जो ज्वाइन करी है भारतीय जनता पार्टी, उनके जो विचारधारा, देश के प्रति 20-20 घंटा काम करना, और जो इनकी एक भारतीय जनता पार्टी की जो एक नीति है कि बहुत ही एक राष्ट्र नीति है कि भी राष्ट्र को कैसे, भारत को कैसे आगे बढ़ाना, तो उसके प्रभावित होकर मैंने ज्वाइन करी है और बहुत अच्छा लग रहा है। और जहाँ भी मेरी भारतीय जनता पार्टी ड्यूटी लगाएंगे और कोशिश करूँगा वहाँ पर मैं खरा उतरूँगा। सो बाकी आप लोगों का सहयोग चाहिए। सो आई वांट से थैंक यू सो मच। जय हिंद, जय भारत। उधर SSM की कर रही है ये भी जानना जरूरी है। किस तरह नाल चल रहा उन्होंने प्रचार भी, किस तरह नाल मिल रहा है हुंगारा, किस तरह नाल लोग जड़े ने ਉਹਨਾਂ ਤੇ ਭਰੋਸਾ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ, ਇਹ ਅਸੀਂ ਕੁਝ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਇੱਥੇ ਗੱਲ ਸਾਹਮਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੰਥਕ ਵੋਟ ਰੱਖਦੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਂਗਰਸੀ ਹੈਗੇ ਨੇ, ਬਹੁਤ ਸਾਰੇ ਲੋਕ ਕਿਸਾਨਾਂ ਨੂੰ ਹਮਾਇਤ ਦੇ ਰਹੇ ਨੇ, ਬਹੁਤ ਸਾਰੇ ਲੋਕ ਬਦਲਾਅ ਚਾਹੁੰਦੇ ਨੇ ਉਹ ਆਪ ਕਰਨੀ ਹੈਗੇ ਨੇ, ਬਹੁਤ ਸਾਰੇ ਲੋਕ ਸੰਯੁਕਤ ਕਰਨੀ ਹੈਗੇ ਨੇ। ਸੋ ਅਜਿਹੇ ਵਿੱਚ ਇੱਥੇ ਖੜੇ ਹੋ ਕੇ ਸਿਰਫ ਕਹਿ ਦੇਣਾ ਕਿ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਨਹੀਂ ਮਿਲ ਰਿਹਾ, ਇਹ ਇਸ ਵਕਤ ਕਰਨ ਵਾਲੀਆਂ ਗੱਲਾਂ ਨਹੀਂ, ਪਰ ਹਾਂ ਗੱਲਾਂ ਸੁਣਨ ਵਾਲੀਆਂ ਜ਼ਰੂਰ ਹੈਗੀਆਂ ਨੇ। ਉਹ ਅਸੀਂ ਸੁਣਾ ਦਿੰਦੇ ਹਾਂ ਕਿ ਰਾਜੇਵਾਲ ਕੀ ਕਹਿ ਰਹੇ ਨੇ, ਉਹਨਾਂ ਦੇ ਸਪੋਰਟਰਸ ਕੀ ਕਹਿ ਰਹੇ ਨੇ। ਅਸੀਂ ਰਵਾਇਤੀ ਪਾਰਟੀ ਵਾਂਗੂ ਨੂੰ ਮੈਨੀਫੈਸਟੋ ਨਹੀਂ ਕਿਹਾ, ਇਕਰਾਰਨਾਮਾ ਕਿਹਾ। ਠੀਕ ਹੈ, ਉਹਦਾ ਮਤਲਬ ਇਹ ਹੈ ਅਸੀਂ ਉਹੀ ਵਾਅਦੇ ਕੀਤੇ ਜਿਹੜੇ ਅਸੀਂ ਪੂਰੇ ਕਰ ਸਕਦੇ ਹਾਂ। ਬੜੀਆਂ ਡੀਂਗਾਂ ਅਸੀਂ ਨਹੀਂ ਮਾਰੀਆਂ। ਉਹਦੇ ਵਿੱਚ ओवरऑल टोटल माल महकमे का करन क्या, कोई जिन्ने मुकदमे साढ़े चलते हैं कचहरियों च, कोई तकसीम का है, कोई इंतकाल का है, माल महकमे के चलते हैं। सानू लुट के खा गए वकील इस गल च, और लुट के खा गए पटवारी तहसीलदार। असी कहा भी असी ओवरऑल करांगे महकमे नूं, सारे कानून बदलांगे, जिम्मेवारी तहसीलदार ते पटवारी दी होएगी। जे वो नहीं इंतकाल मंजूर कराउणगे विद इन स्पैसीफाइड पीरीयड तां फिर वो उन्होंने नौकरी तो छुट्टी करांगे। एक तो ये, दूसरा एक असीं ये फैसला भी किया है, पिंडों में कोऑपरेटिव सोसाइटियां सानू लोन दिंदियां, किसान और मजदूर 3 लाख रुपये तक का जो कर्जा लेंगे उसे फ्री ऑफ इंटरेस्ट देवांगे, बशर्ते को वेले सिर मोड़ देन, नवां फिर लै लैन, 3 लाख तक का फ्री होएगा। असीं जिहड़े साडे बच्चे नौकरियां लई रोज़ लाठी चार्ज हुंदा है, उन्हां दे कई ओवरेज हो गए, ਅਸੀਂ ਉਹਨਾਂ ਨੂੰ ਉਹ ਜਿਹੜਾ 3 ਸਾਲ ਦਾ ਪੀਰੀਅਡ ਹੋਰ ਦੇਵਾਂਗੇ ਤਾਂ ਕਿ ਉਹ ਇੱਕ ਮੌਕਾ ਲੈ ਲੈਣ। ਤੀਸਰਾ, ਅਸੀਂ ਕੋਈ ਐਡਹੌਕ ਜਾਂ ਕੰਟਰੈਕਟ ਭਰਤੀ ਨਹੀਂ ਕਰਾਂਗੇ। ਅਸੀਂ ਜਿਹੜੀ ਭਰਤੀ ਕਰਾਂਗੇ ਉਹ ਫੁੱਲ ਪੇ ਸਕੇਲ ਤੇ ਹੋਏਗੀ, ਔਰ ਅਸੀਂ ਜਦੋਂ ਕੋਈ ਰਿਟਾਇਰ ਹੋ ਗਿਆ ਉਹਦੀ ਪੋਸਟ ਪਹਿਲਾਂ ਹੀ
ਭਰਤੀ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ, ਉਹਨੂੰ ਬਹੁਤਾ ਲੰਬਾ ਸਮਾਂ ਅਸੀਂ ਖਾਲੀ ਨਹੀਂ ਰੱਖਾਂਗੇ। ਇਸ ਤਰ੍ਹਾਂ ਦੇ ਇੱਕ ਜਿਹੜਾ 3-4 ਮਾਫੀਆ ਨੇ, ਡਰੱਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਅਸੀਂ ਤੈਅ ਕੀਤਾ ਹੈ ਕਿ ਇਸੇ ਨੂੰ ਮੁਕੰਮਲ ਖਤਮ ਕਰਾਂਗੇ। ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਖਹਿੜਾ ਛਡਾਵਾਂਗੇ ਔਰ ਪੰਜਾਬ ਨੂੰ ਬਚਾਉਣ ਦਾ ਕੰਮ ਕਰਾਂਗੇ। ਬਹੁਤ ਸਾਰੀਆਂ ਗੱਲਾਂ ਨੇ, ਇੱਕ ਸੈਕਟਰ ਵਾਈਜ਼ ਸਾਰੇ ਸੈਕਟਰ ਲਈ ਕੁਛ ਨਾ ਕੁਛ ਪ੍ਰੈਕਟੀਕਲੀ ਕੁਛ ਕਰਨ ਦਾ ਫੈਸਲਾ ਕੀਤਾ, ਉਹ ਅਸੀਂ ਆਪਣੇ ਇਕਰਾਰਨਾਮੇ 'ਚ ਜ਼ਾਹਰ ਕੀਤਾ। ਤਕਰੀਬਨ ਇਹ ਪਿੰਡਾਂ ਦੇ ਮੈਂ 100 ਪਿੰਡਾਂ ਦੇ ਵਿੱਚ ਗਿਆ। 100 ਪਿੰਡਾਂ ਦੇ ਲੋਕ ਹੀ ਪੂਰਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਅਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਰਾਜੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਿੱਦਰ ਰਹੇ ਨੇ। ਤੇ ਕੀ ਕਹਿਣਾ ਚਾਹੁੰਦੇ ਹੋ, ਅਪੀਲ ਕੀ ਕਰਨਾ ਚਾਹੁੰਦੇ ਹੋ? ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਵੀ ਇਹ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਤਾਂ ਕਹਿੰਦੇ ਆ ਵੀ ਅਸੀਂ ਇਹ ਤੁਹਾਨੂੰ ਕਰਕੇ ਦਿਖਾ ਲਾਂਗੇ, ਅਸੀਂ ਇਹ ਕਰਾਂਗੇ, ਤੇ ਰਾਜੇਵਾਲ ਸਾਹਿਬ ਨੇ ਤਾਂ ਸਾਨੂੰ ਕਰਕੇ ਦਿਖਾਲਤਾ ਜੀ। 51 ਸਾਲ ਰਾਜੇਵਾਲ ਸਾਹਿਬ ਉਹਨਾਂ ਨੂੰ ਮਜ਼ਦੂਰਾਂ ਦੀ, ਕਿਸਾਨਾਂ ਦੀ, ਗਰੀਬਾਂ ਦੀ, ਦੁਕਾਨਦਾਰਾਂ ਦੀ, ਟਰਾਂਸਪੋਰਟਰਾਂ ਦੀ, ਵਪਾਰੀਆਂ ਦਾ ਨੁਮਾਇੰਦਗੀ ਕਰਦੇ ਨੂੰ ਹੋ ਗਿਆ ਜੀ। ਤੇ ਹੁਣ ਜੇ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਸੀ ਤਾਂ ਹਿੰਦੁਸਤਾਨ ਦੀਆਂ 240 ਜਥੇਬੰਦੀਆਂ ਸੀ। 240 ਜਥੇਬੰਦੀਆਂ ਦੀ ਨੁਮਾਇੰਦਗੀ ਕੀਤੀ ਆ। ਉਹ ਇਹਨਾਂ ਨੂੰ ਆਗੂ ਮੰਨਦੇ ਸੀ ਤੇ ਵਧੀਆ ਵਕੀਲ ਬਣ ਕੇ ਇਹਨਾਂ ਨੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀਆਂ ਦਾ, ਗਰੀਬਾਂ ਦਾ ਸਾਰਾ ਉੱਥੇ ਆਪਣਾ ਮੰਗਾਂ ਉਠਾਈਆਂ ਨੇ। ਤੇ ਮੈਂ ਸਮਝਦਾ ਵੀ ਉਹ ਜਿਹੜਾ ਮੋਦੀ ਸੀ, ਮੋਦੀ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ। ਕਾਲੇ ਕਾਨੂੰਨ ਰੱਦ ਹੋਏ ਨੇ ਤੇ ਰਾਜੇਵਾਲ ਸਾਹਿਬ ਵਧਾਈ ਦੇ ਪਾਤਰ ਨੇ ਇਸ ਪੱਖੋਂ। ਲੋਕਾਂ ਦੀਆਂ ਮੰਗਾਂ ਨੇ ਇੱਕ ਤਾਂ ਬਹੁਤ ਵੱਡੀ ਨਸ਼ੇ ਦੀ ਮੰਗ ਆ। ਨਸ਼ੇ ਦੇ ਵਪਾਰੀ ਇਹ ਲੋਕ ਨੇ। 6-6 ਹਜ਼ਾਰ ਕਰੋੜ ਦੇ ਨਸ਼ੇ ਇਹਨਾਂ ਲੋਕਾਂ ਨੇ ਸਿੱਟੇ। ਜਿਹੜੀਆਂ ਇਹ ਦਵਾਈਆਂ ਵਾਲੀਆਂ ਫੈਕਟਰੀਆਂ ਸੀ ਇਹਨਾਂ ਲੋਕਾਂ ਨੇ ਹਾਇਰ ਕੀਤੀਆਂ। ਇਹ ਪੈਸੇ ਵਾਲੇ ਲੋਕ ਨੇ, ਪੈਸੇ ਵਾਲੇ ਲੋਕ ਨੇ ਤੇ ਇਹ ਛੁੱਟੇ ਆਉਂਦੇ ਆ, ਇਹਨਾਂ ਨੂੰ ਜ਼ਮਾਨਤਾਂ ਹੋ ਜਾਂਦੀਆਂ ਇਹਨਾਂ ਦੇ। ਤੇ ਇਸ ਕਰਕੇ ਇਹ ਜਿਹੜੇ ਰਾਜਨੀਤਿਕ ਲੋਕ ਆ, ਇਹ ਨਸ਼ੇ ਦੇ ਵਪਾਰੀ ਨੇ। ਇਹਨਾਂ ਨੇ ਨਸ਼ੇ ਸਿੱਟਿਆ ਤੇ ਲੋਕਾਂ ਦੀ ਮੰਗ ਆ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਤੇ ਜਿਹੜੀਆਂ ਡਿਵੈਲਪਮੈਂਟ ਹੋਣੀ ਚਾਹੀਦੀ ਆ। ਤੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਨਸ਼ੇ ਸਿੱਟ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਵਾਅਦੇ ਕਰਕੇ ਚੱਲ ਜਾਂਦੇ ਆ ਤੇ ਕੋਈ ਵਾਅਦਾ ਇਹ ਲੋਕਾਂ ਦਾ ਪੂਰਾ ਨਹੀਂ ਕਰਦੇ। ਤੇ ਰਾਜੇਵਾਲ ਸਾਹਿਬ ਕਹਿੰਦੇ ਆ ਹੁਣ ਚੋਣ ਮੈਨੀਫੈਸਟੋ ਆਇਆ, ਉਹਨਾਂ ਨੇ ਚੋਣ ਮੈਨੀਫੈਸਟੋ ਨਹੀਂ ਇਕਰਾਰਨਾਮਾ ਕੀਤਾ ਵੀ ਜੋ ਅਸੀਂ ਕਹਾਂਗੇ ਅਸੀਂ ਪੂਰਾ ਕਰਕੇ ਜਾਵਾਂਗੇ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ, ਆ ਮੇਰੇ ਨਾਲ ਖੜੇ ਨੇ ਹਰਜੀਤ ਸਿੰਘ ਜੀ ਜਿਹੜੇ ਸ਼ੇਰੀਆਂ ਦੇ ਸਾਬਕਾ ਸਰਪੰਚ ਨੇ। ਇਹਨਾਂ ਦੀ ਬੜੀ ਵੱਡੀ ਦੇਣ ਆ। ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ 74 ਦੇ ਵਿੱਚ 50 ਸਾਲ ਪਹਿਲਾਂ, ਅੱਜ ਤੋਂ 45 ਸਾਲ ਪਹਿਲਾਂ ਇਹਨਾਂ ਨੇ ਰਾਜੇਵਾਲ ਸਾਹਿਬ ਦੇ ਨਾਲ ਕਿਸਾਨੀ ਮੋਰਚੇ ਦੇ ਵਿੱਚ ਜੇਲ੍ਹਾਂ ਕੱਟੀਆਂ ਨੇ। ਇਹਨਾਂ ਦੀ ਸਾਰੇ ਪਰਿਵਾਰ ਦੀ ਬੜੀ ਕੁਰਬਾਨੀ ਆ। ਉਧਰ ਗੁਰਨਾਮ ਸਿੰਘ ਚੜੂਨੀ ਦੇ ਇਲਜ਼ਾਮ ਲੱਗੇ ਕਿ ਉਹ ਹਰਿਆਣਾ ਛੱਡ ਕੇ ਪੰਜਾਬ ਆ ਗਏ ਨੇ। ਯਾਨੀ ਕਿ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਨੂੰ ਬਾਏ ਬਾਏ ਕਹਿ ਦਿੱਤਾ ਤੇ ਪੰਜਾਬ ਵਿੱਚ ਆ ਗਏ ਨੇ। ਉਹਨਾਂ ਨੇ ਕਿਹਾ, ਉਹ ਖਿੱਚ ਗਏ ਇਸ ਗੱਲ ਤੋਂ। ਉਹਨਾਂ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਾ ਫੈਲਾਓ, ਇਹ ਬਿਲਕੁਲ ਕੋਰੀ ਅਫਵਾਹ ਹੈ। ਮੈਂ ਬਸ 20 ਤਰੀਕ ਤੱਕ ਇੱਥੇ ਹੈਗਾ, ਉਸ ਤੋਂ ਬਾਅਦ ਮੈਂ ਹਰਿਆਣਾ ਜਿਹੜਾ ਹੈ ਵਾਪਸ ਚਲਾ ਜਾਵਾਂਗਾ। ਤੇ ਕੁਝ ਚੇਤਾਵਨੀਆਂ ਵੀ ਦੇ ਗਏ ਨੇ। ਕੀ ਨੇ ਚੇਤਾਵਨੀਆਂ, ਜਾਣ ਲੈਂਦੇ ਹਾਂ। तो मैं आपको साफ बता देना चाहता हूं कि 20 तारीख तक पंजाब में चुनाव है। मैं 20 तारीख तक पंजाब में रहूंगा और मैंने कोई पंजाब में कोई कोठी नहीं पाली, कोई मकान नहीं पा लिया, या मैं कोई पंजाब में कोई परमानेंट के लिए नहीं चला गया। चुनाव तक पंजाब में हूं। और दूसरी बात ये है कि जब दूसरे स्टेटों की भी जिम्मेवारी है तो वहां जाना भी पड़ेगा। जब हमारा जो प्रोग्राम है वो पूरे देश में हमने करना है तो पूरे देश के दूसरे स्टेटों में जाना भी पड़ेगा। ये कोई जब अफवाह फैलाई जा रही है कि हरियाणा को छोड़ गया है, मेरा सारा घर बार कारोबार जो भी है वो हरियाणा में ही है और हरियाणा में ही रहूंगा। एक बात तो मैं ये आपको स्पष्ट कर देना चाहता हूँ। दूसरी बात है, एक अफवाह फैलाई जा रही है कि राजनीति चली गई, राजनीति में चला गया, राजनीति बहुत बुरी है, राजनीति बहुत गंदी है, राजनीति बहुत भद्दी चीज है। मैं ये समझाना चाहता हूं कि इसका मतलब सर छोटू राम जी गलत थे जो राजनीति में गए थे। हम क्यों पूछते हैं फिर उन्हें? फिर तो उनको अपना संगठन बना के आंदोलन लड़ना चाहिए था। और जो आज कह रहे हैं, जो आज पाठ पढ़ा रहे हैं कि अराजनीतिक रहना चाहिए, वो सारे कहीं ना कहीं राजनीति से जुड़े हुए हैं। जो राजनीति से जुड़े हुए लोग हैं उनको सबसे पहले तकलीफ होती है राजनीति की, क्योंकि कहीं ना कहीं उनका नुकसान करेंगे। अब हरियाणा में जो अफवाह फैला रहे हैं उसमें जो पंजाब में दिक्कत आई वो बादल को आई, हरियाणा में सबसे ज्यादा दिक्कत चौटाले को आएगी या राकेश टिकैत को आएगी।
ये तीनों मिलके मेरे खिलाफ अफवाह फैला रहे हैं और जो है जगह जगह पे वो गड़बड़ी करवाने की कोशिश कर रहे हैं। दूसरी चीज मैं ये बता देना चाहूं कि चौधरी देवीलाल राजनीति में थे। हम कहते हैं कि देवीलाल ने किसानों के लिए काम किए भी हैं उन्होंने, तो राजनीति में थे तभी किए ना। हम चौधरी चरण सिंह को कहते हैं किसान नेता है, उसने बहुत अच्छे काम किसानों के लिए किए। अगर राजनीति में थे तभी किए ना। सर छोटू राम को हम कहते हैं उन्होंने किसानों के लिए बहुत अच्छा किया, किसान मसीहा है, फिर राजनीति में थे तभी किए ना। गुरु गोबिंद सिंह जी ने, जो उससे भी बड़े ज्ञानी हो गए, गुरु गोबिंद सिंह जी ने कहा है राज बिना ना धर्म चले है, यानी कि धर्म चलाना हो वो भी राजनीति के बिना नहीं चलता। और यहाँ तो हम देश चलाने की बात कर रहे हैं, यहाँ तो हम कानून बदलवाने की बात कर रहे हैं। अरे चाणक्य ने कहा है अगर अच्छे लोग राजनीति से दूर रहेंगे, ये कहते हैं नहीं अच्छे लोगों को राजनीति में नहीं जाना चाहिए। अगर अच्छे लोग राजनीति से दूर रहेंगे तो बुरे लोग तुम्हारे पर राज करेंगे, और वो कर रहे हैं और हम देख रहे हैं। और हम अराजनैतिक रह के मेरे को बताओ क्या बदलवा दिया? क्या आज जो किसान है वो सुखी हो गया? जब हमारी यूनियन नहीं थी तब तो किसान आत्महत्या नहीं करता था, आज कर रहा है, आपके सामने है। तब तो किसान कर्जे में नहीं मरता था, कर्जे में नहीं दबा हुआ था, आज आपके सामने है, दबा हुआ है। नए नए कानून रोज लेके आते हैं। क्या करवा लिया? एक कानून 12.5 महीने बैठ के बदलवाया, और कितने साल बाद ये आंदोलन हुआ, हिसाब लगा लीजिए। और इतने साल बाद आंदोलन होने के बाद भी 15 दिन बाद 20 दिन बाद केंद्रीय मंत्री ने बयान दे दिया कि एक बार हम जरूर लोगों के दबाव में पीछे हटे हैं, एक कदम पीछे हटे हैं, अब दोबारा बढ़ेंगे। इसका मतलब कानून दोबारा से फिर लाएंगे। गाड़ियां चढ़ा के कुचल दिए गए यूपी के अंदर। क्या कर लिया? हमारी लोगों के ऊपर मुकदमा दर्ज है। इतने बड़े आंदोलन के बाद हमारे लोगों पे मुकदमा दर्ज है, और वो जो जिस मंत्री ने कत्ल करवाया वो बाहर घूम रहा है, वो आज भी मंत्री है। क्या कर लिया? अराजनैतिक रह के, क्या अराजनैतिक रह के आपने भाव ले लिया? अरे एमएसपी जो तय है वो भी आपको नहीं मिला। अराजनैतिक रह के आपने क्या कर लिया? मेरे को समझा तो दो कि ये कर लिया अराजनैतिक रह के। ये जो अराजनैतिक रट लगा रखी है ना, इसी ने हमारा बेड़ा गर्क किया है शुरू से आज तक का। सो द बिग पॉलिटिकल शो ਤੁਸੀਂ ਦੇਖਿਆ, ਇਸ ਦੇ ਵਿੱਚ ਹਰ ਇੱਕ ਐਂਗਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਹਰ ਇੱਕ ਇਲਜ਼ਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਹਰ ਇੱਕ ਸਟੇਜ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਸਟੇਜ ਤੋਂ ਵਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਵਿਕਾਸ ਦੀਆਂ ਗੱਲਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਇਮੇਜ ਸੈਂਟਰ ਕਿੱਥੇ ਕ੍ਰੀਏਟ ਹੁੰਦਾ ਹੈ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਹਾ ਕੁਝ ਨਹੀਂ ਗਿਆ, ਕਿਉਂਕਿ ਇਸ ਦਾ ਫੈਸਲਾ ਜਿਹੜਾ ਹੈ ਤੁਸੀਂ ਕਰਨਾ ਹੈਗਾ। ਸੋ ਦ ਬਿਗ ਪੋਲਿਟਿਕਲ ਸ਼ੋ ਵਿੱਚ ਅੱਜ ਇੰਨਾ ਹੀ, ਮੁੜ ਤੋਂ ਮਿਲਦੇ ਹਾਂ।